मैनू ढाडी बनने का शौक अपने परिवार चों ये दात प्राप्त हुई है। शौक भी कह लो तो इनू विरसे विचों मिली हुई दात भी मैं कह सकता हूँ। ना दो चिणवाउंदा नीहां दे विच दाता जी अज नूं ढह ढू जांदे भारत दे मुनारे। तुसी किन्नी क उम्र विच ढड्ड फड़ ਲਈ? स्टेज ते तुसी कमाल दी पेशकारी करते रहे। ओ वाह भई वाह सुखदेव सिंह स्टिक वालिया। ते जिहड़ा सुर दा ज्ञान सी इहदे लई तुसी कोई बकायदा साज भी सिੱਖਿਆ? सुर दा रियाज किदां कीता? घर तो तुसी अपने भाई साहब तो प्रेरित हो के उन्हां तो बहुत कुछ सिੱਖਿਆ, तूंबी सीखी, हारमोनीयम सीखिया, कि इस तो इलावा किसी संस्था विच रह के भी तुहानूं सीखण दा मौका मिलिया? जिहड़ी गायकी है वो चाहे साजां वाली होवे, चाहे कीर्तन वाली होवे, चाहे ढाडियां दी जां कविशरी दी, सुर दी सोझी होनी अति जरूरी है। साडे इलाके विच मैं राग भी गाउणा, मैं रीत भी गाउणी, लेकिन अपने पिंडां वाले ही हुंदे ने स्रोते सज्जण मित्र, उन्हां ने कहना भी नहीं, धारना ला के बीबियां ने पिछे बोलना, वो आनंद भी माणिया, वो कीर्तन भी मैं साखी सुना के करदा रहा। ਢਾਡੀ ਬਣਨ ਦਾ ਕੀ ਕਾਰਨ ਸੀ? ਕਿਤੇ ਇਹ ਤਾਂ ਨਹੀਂ ਸੀ ਕਿ ਤੁਸੀਂ ਤੂੰਬੀ ਵਜਾਉਂਦੇ ਸੀ ਤੇ ਤੂੰਬੀ ਵਾਲਿਆਂ ਤੇ ਸਾਡੇ ਜੁਝਾਰੂ ਸਿੰਘਾਂ ਨੇ ਪਾਬੰਦੀਆਂ ਲਾਈਆਂ ਹੋਈਆਂ ਸਨ? ਕਈ ਵਾਰ ਤੂੰਬੀਆਂ ਵਾਲੇ ਬਹੁਤ ਸਾਰੇ ਸੱਜਣ ਜਿਹੜੇ ਢਾਡੀ ਕਲਾ ਵੱਲ ਪ੍ਰੇਰਿਤ ਹੋਏ, ਤੁਸੀਂ ਕਿਸ ਕਾਰਨ ਕਰਕੇ? ਕੀ ਇਹ ਕਾਰਨ ਸੀ ਜਾਂ ਕੋਈ ਹੋਰ? ਭਾਈ ਜੁਗਰਾਜ ਸਿੰਘ ਤੂਫਾਨ ਦਾ ਪੂਰਾ ਜੀਵਨ ਬਚਪਨ ਤੋਂ ਲੈ ਕੇ ਸ਼ਹਾਦਤ ਤੱਕ ਛਪਿਆ। ਉਹਨੂੰ ਪੜ੍ਹਨ ਤੋਂ ਬਾਅਦ ਗਿਆਨੀ ਸੁਦਾਗਰ ਸਿੰਘ ਜੀ ਹੋਣਾ ਨੇ 8 ਕਵਿਤਾਵਾਂ ਦਾ ਪ੍ਰਕਰਣ ਪ੍ਰਸੰਗ ਤਿਆਰ ਕਰ ਲਿਆ ਤੇ ਉਹ ਅਸੀਂ ਸਟੇਜਾਂ ਤੇ ਬਾਅਦ 'ਚ ਗਾਉਣ ਲੱਗਿਆਂ ਸਭ ਤੋਂ ਪਹਿਲਾਂ ਉਹਨੂੰ ਰਿਕਾਰਡ ਕਰਵਾਇਆ। ਰਿਕਾਰਡ ਕਰਵਾਉਣ ਤੋਂ ਬਾਅਦ ਫਿਰ ਉਹਨੂੰ ਜਿੱਥੇ ਅਸੀਂ ਗਾਇਆ ਜੀ, ਜਿਸ ਪਾਸੇ ਨੂੰ ਅਸੀਂ ਜਾਂਦੇ ਸੀ ਸੰਗਤਾਂ ਦਾ ਹੜ ਸਾਡੇ ਪਿੱਛੇ ਪਿੱਛੇ ਆਉਂਦਾ ਸੀ। ਇੱਕ ਵਾਰ ਨਹੀਂ, ਬਹੁਤ ਵਾਰ ਦੁਸ਼ਵਾਰੀਆਂ ਦਾ, ਉਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਪੁਲਿਸ ਦੀ ਤੇ CRP ਦੀ ਗਿਣਤੀ ਵੀ ਘੱਟ ਹੁੰਦੀ ਸੀ, ਲੇਕਿਨ ਜਿਉਂ-ਜਿਉਂ ਭੋਗ ਦਾ ਸਮਾਂ ਨੇੜੇ ਆਈ ਜਾਣਾ ਜਾਂ ਭੋਗ ਪੈ ਜਾਣਾ ਤਾਂ ਪਿੰਡਾਂ ਨੂੰ ਇਸ ਤਰ੍ਹਾਂ ਘੇਰਾ ਪਾਇਆ ਜਾਂਦਾ ਸੀ ਉਸ ਪਿੰਡ ਨੂੰ ਜਿਵੇਂ ਕਿਤੇ ਕੋਈ ਮੁਕਾਬਲਾ ਹੋ ਕੇ ਹਟਿਆ ਹੋਵੇ ਜਾਂ ਮੁਕਾਬਲਾ ਕਰਨਾ ਹੋਵੇ। ਕਹਿੰਦੇ ਵੀ ਦਿਨੇ ਵੀ ਆਉਂਦੇ ਨੇ ਤੇ ਕੁੱਤੇ ਰਾਤ ਨੂੰ ਵੀ ਗੇਟ ਖੜਕਾਈ ਜਾਂਦੇ ਨੇ। ਤੇ ਬਾਹਰੋਂ ਆਵਾਜ਼ ਆਈ, ਬੀਬਾ ਕਿਸੇ ਕੁੱਤੇ ਨੇ ਨਹੀਂ ਗੇਟ ਖੜਕਾਇਆ, ਅਸੀਂ ਪੁਲਿਸ ਵਾਲਿਆਂ ਦਰਵਾਜ਼ਾ ਖੋਲ੍ਹੋ। ਤੇ ਉੱਪਰੋਂ ਆਵਾਜ਼ ਆ ਗਈ ਕੋਠੇ ਤੋਂ ਵੀ ਜਲਦੀ ਦਰਵਾਜ਼ਾ ਖੋਲ੍ਹੋ। ਜਦੋਂ ਮੈਂ ਉੱਪਰ ਨੂੰ ਨਿਗਾਹ ਮਾਰੀ ਤੇ ਸਾਡੇ ਘਰ ਦੀ ਸਾਰੀ ਛੱਤ ਤੇ ਉਹਦੇ ਬਨੇਰੇ ਜਿਹੜੇ ਉਹਨਾਂ ਤੇ ਪੁਲਿਸ ਵਾਲੇ ਖੜ੍ਹੇ ਸਨ। ਤੇ ਉਹਨੇ ਉੱਥੇ ਹੀ ਖਲੋਤਿਆਂ ਉੱਚੀ ਆਵਾਜ਼ 'ਚ ਗਰਜ ਕੇ ਪੁਲਿਸ ਵਾਲੇ ਨੇ ਕਹਿ ਦਿੱਤਾ ਵੀ ਤੁਸੀਂ ਆਪਣਾ ਕੰਮ ਕਰ ਸਕਦੇ ਹੋ, ਗਾ ਸਕਦੇ ਹੋ, ਪਰ ਮੈਂ ਸ਼ਹੀਦ ਨਹੀਂ ਕਹਿਣ ਦਿਆਂਗਾ। ਬੇਪਰਵਾਹ ਜੀ ਕਹਿੰਦੇ ਸ਼ਹੀਦ ਨਹੀਂ, ਅਮਰ ਸ਼ਹੀਦ ਕਹਾਂਗਾ। ਬਹੁਤ ਸਾਰੇ ਢਾਡੀ ਅੱਜ ਵੀ ਇਹਨਾਂ ਤਰਜ਼ਾਂ ਦਾ ਸਟੇਜ 'ਤੇ ਬੜੇ ਮਾਣ ਨਾਲ ਨਾਂ ਲੈਂਦੇ ਨੇ ਵੀ ਮੇਰੇ ਸਾਥੀ ਹੁਣ ਸੱਸੀ ਗਾਉਣਗੇ, ਮੇਰੇ ਸਾਥੀ ਹੁਣ ਹੀਰ ਗਾਉਣਗੇ। ਮੈਨੂੰ ਇਹ ਗੱਲ ਜਾਚਕ ਸਾਹਿਬ ਜੱਚਦੀ ਨਹੀਂ। ਪੰਜਾਬੀ ਵਿਰਾਸਤ USA ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਜਗਦੇਵ ਸਿੰਘ ਜਾਚਕ ਹਾਜ਼ਰ ਹਾਂ ਤੁਹਾਡੇ ਲਈ ਪ੍ਰੋਗਰਾਮ ਵਿਰਾਸਤੀ ਰੰਗ ਲੈ ਕੇ। ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਸਿੱਖ ਪੰਥ ਅਤੇ ਢਾਡੀ ਜਗਤ ਦੀ ਬਹੁਤ ਹੀ ਸਤਿਕਾਰਤ ਸ਼ਖਸੀਅਤ ਦੇ ਨਾਲ। ਮੇਰੀ ਮੁਰਾਦ ਹੈ ਗਿਆਨੀ ਸੁਖ ਨਿਰੰਜਨ ਸਿੰਘ ਸੁਮਨ ਜੀ। ਗਿਆਨੀ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਚਕ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਪੰਜਾਬੀ ਵਿਰਾਸਤ ਦੇ ਸਾਰੇ ਸੱਜਣਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਤਹਿ ਦਿਲੋਂ ਧੰਨਵਾਦ ਕਰਦਾ। ਆਪ ਜੀ ਸਾਡੇ ਗ੍ਰਹਿ ਵਿਖੇ ਪਧਾਰੇ, ਜੀਓ ਆਇਆਂ, ਜੀਓ ਆਇਆਂ। ਗਿਆਨੀ ਜੀ, ਹਰ ਖੇਤਰ ਵਿੱਚ ਮਨੁੱਖ ਨੂੰ ਦੋ ਚੀਜ਼ਾਂ ਦੀ ਲੋੜ ਹੁੰਦੀ ਹੈ, ਸ਼ੌਕ ਅਤੇ ਮਿਹਨਤ।
ਸ਼ੌਕ ਤੋਂ ਬਿਨਾਂ ਬੰਦਾ ਕਿਸੇ ਵੀ ਪਾਸੇ ਤੁਰ ਨਹੀਂ ਸਕਦਾ ਅਤੇ ਮਿਹਨਤ ਤੋਂ ਬਗੈਰ ਕਾਮਯਾਬ ਨਹੀਂ ਹੋ ਸਕਦਾ। ਤੁਸੀਂ ਇੱਕ ਚੰਗੇ ਸਥਾਪਿਤ ਸਫਲ ਪ੍ਰਚਾਰਕ ਢਾਡੀ ਹੋ। ਤੁਸੀਂ ਇਸ ਤੋਂ ਪਹਿਲਾਂ ਇੱਕ ਢਾਡੀ ਦੇ ਤੌਰ 'ਤੇ ਵੱਖ-ਵੱਖ ਜਥਿਆਂ ਦੇ ਨਾਲ ਸੇਵਾਵਾਂ ਨਿਭਾਈਆਂ ਅਤੇ ਹੁਣ ਲਗਭਗ ਮੇਰਾ ਖਿਆਲ 12-15 ਸਾਲ ਤੋਂ ਤੁਸੀਂ ਆਪਣੇ ਜਥੇ ਦੇ ਨਾਲ ਸਿੱਖ ਪੰਥ ਦੀ ਸੇਵਾ ਵਿੱਚ ਤਤਪਰ ਹੋ। ਤੁਸੀਂ ਢਾਡੀ ਜਗਤ ਵਿੱਚ ਪ੍ਰਵੇਸ਼ ਕੀਤਾ, ਪਹਿਲਾਂ ਢਾਡੀ ਬਣੇ, ਉਸ ਤੋਂ ਬਾਅਦ ਪ੍ਰਚਾਰਕ ਬਣੇ, ਅਤੇ ਤੁਹਾਨੂੰ ਇਹ ਲਗਨ ਕਿੱਦਾਂ ਲੱਗੀ? ਤੁਸੀਂ ਢਾਡੀ ਕਿਵੇਂ ਬਣੇ? ਜਾਚਕ ਜੀ, ਮੈਨੂੰ ਢਾਡੀ ਬਣਨ ਦਾ ਸ਼ੌਕ ਆਪਣੇ ਪਰਿਵਾਰ 'ਚੋਂ ਹੀ ਇਹ ਦਾਤ ਪ੍ਰਾਪਤ ਹੋਈ ਹੈ। ਸ਼ੌਕ ਵੀ ਕਹਿ ਲਓ ਅਤੇ ਇਹਨੂੰ ਵਿਰਸੇ ਵਿੱਚੋਂ ਮਿਲੀ ਹੋਈ ਦਾਤ ਵੀ ਮੈਂ ਕਹਿ ਸਕਦਾ। ਆਪ ਜੀ ਦੇ ਗਿਆਤ ਲਈ ਮੈਂ ਦੱਸਣਾ ਚਾਹੁੰਦਾ, ਮੇਰੇ ਚਾਚਾ ਜੀ ਗਿਆਨੀ ਗਿਆਨ ਸਿੰਘ ਜੀ ਮਸਤਾਨਾ ਆਪਣੇ ਸਮੇਂ ਦੇ ਆਲਾ ਸਤ੍ਹਾ ਦੇ ਪ੍ਰਚਾਰਕ ਸਨ। ਮੇਰੇ ਵੱਡੇ ਭਾਈ ਸਾਹਿਬ ਗਿਆਨੀ ਪਰਮਜੀਤ ਸਿੰਘ, ਜਿਨ੍ਹਾਂ ਨੂੰ ਪਿਆਰ ਨਾਲ ਨਾਨਕ ਵੀ ਆਖਿਆ ਜਾਂਦਾ ਸੀ, ਉਹ ਆਪਣੇ ਸਮੇਂ ਦੇ ਬਹੁਤ ਆਲਾ ਸਤ੍ਹਾ ਦੇ ਢਾਡੀ ਅਤੇ ਸਰੰਗੀ ਮਾਸਟਰ ਸਨ। ਉਹਨਾਂ ਨੂੰ ਵੇਖ ਵੇਖ ਕੇ ਮੈਂ ਇਸ ਖੇਤਰ ਵੱਲ ਮੇਰਾ ਰੁਝਾਨ ਬਣ ਗਿਆ। ਤੁਸੀਂ ਕਿੰਨੀ ਕੁ ਉਮਰ ਵਿੱਚ ਢੱਡ ਫੜ ਲਈ ਸੀ? ਬਹੁਤ ਵਧੀਆ ਸਵਾਲ ਕੀਤਾ। ਮੈਨੂੰ ਇਉਂ ਲੱਗਦਾ, ਮੈਂ ਜਿਵੇਂ ਪਹਿਲਾਂ ਆਪ ਜੀ ਦੇ ਨਾਲ ਬਚਨ ਕਰਕੇ ਐਂ ਵੀ ਸਾਡੇ ਘਰ ਦਾ ਮਾਹੌਲ ਸੰਗੀਤਕ ਸੀ। ਜਦੋਂ ਤੋਂ ਮੇਰੀ ਸੁਰਤ ਸੰਭਲੀ ਆ, ਸੁਰਤ ਸੰਭਲਦਿਆਂ ਸਾਡੇ ਘਰ ਵਿੱਚ ਸਾਜ਼ ਖੁੱਲ੍ਹੇ ਸਨ ਅਤੇ ਬਹੁਤ ਛੋਟੀ ਉਮਰ ਦੇ ਵਿੱਚ ਮੈਂ ਢੱਡ ਪਕੜਨੀ, ਵਜਾਉਣੀ ਸ਼ੁਰੂ ਕਰ ਦਿੱਤੀ ਸੀ। ਗਿਆਨੀ ਜੀ, ਇਸ ਤਰ੍ਹਾਂ ਹੁੰਦਾ ਕਿਸੇ ਵੀ ਖੇਤਰ ਵਿੱਚ ਜਦ ਕੋਈ ਬੰਦਾ ਜਾਂਦਾ ਹੈ, ਜਿਸ ਤਰ੍ਹਾਂ ਸੰਗੀਤ ਦਾ ਖੇਤਰ ਹੈ, ਬੜਾ ਇਹਦਾ ਦਾਇਰਾ ਵਿਸ਼ਾਲ ਹੈ। ਸੰਗੀਤ ਵਿੱਚ ਸੁਰ ਵੀ ਆ ਜਾਂਦੀ ਹੈ ਅਤੇ ਤਾਲ ਵੀ ਆ ਜਾਂਦਾ ਹੈ। ਤੁਸੀਂ ਤਾਲ ਦੀ ਗੱਲ ਜਦੋਂ ਅਸੀਂ ਕਰਦੇ ਹਾਂ ਅਤੇ ਤੁਹਾਡੇ ਹੱਥ ਵਿੱਚ ਢੱਡ ਸੀ, ਕੀ ਤੁਸੀਂ ਜਿਹੜੀ ਤੁਹਾਡੇ ਗਲੇ ਵਿੱਚੋਂ ਸੁਰਾਂ ਵੀ ਨਿਕਲਦੀਆਂ ਸਨ? ਸਟੇਜ 'ਤੇ ਤੁਸੀਂ ਕਮਾਲ ਦੀ ਪੇਸ਼ਕਾਰੀ ਕਰਦੇ ਰਹੇ ਹੋ, ਅਤੇ ਜਿਹੜਾ ਸੁਰ ਦਾ ਗਿਆਨ ਸੀ, ਇਹਦੇ ਲਈ ਤੁਸੀਂ ਕੋਈ ਬਾਕਾਇਦਾ ਸਾਜ਼ ਵੀ ਸਿੱਖਿਆ? ਸੁਰ ਦਾ ਰਿਆਜ਼ ਕਿੱਦਾਂ ਕੀਤਾ? ਮੁੱਢਲੇ ਤੌਰ 'ਤੇ ਮੈਂ ਜ਼ਿਕਰ ਕੀਤਾ ਆਪਣੇ ਵੱਡੇ ਭਾਈ ਸਾਹਿਬ ਗਿਆਨੀ ਪਰਮਜੀਤ ਸਿੰਘ ਜੀ ਦਾ। ਜਦੋਂ ਮੈਂ ਛੋਟਾ ਸਾਂ, ਉਦੋਂ ਰੁਝਾਨ ਜ਼ਿਆਦਾ ਤੂੰਬੀ ਦੇ ਗਾਉਣ ਦਾ ਬਹੁਤ ਜ਼ਿਆਦਾ ਸੀ। ਉਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਕੋਲ ਸਾਹਮਣੇ ਬਿਠਾ ਕੇ ਪਹਿਲਾਂ ਤੂੰਬੀ ਵਜਾਉਣੀ ਸਿਖਾਈ, ਹਾਰਮੋਨੀਅਮ ਵਜਾਉਣਾ ਸਿਖਾਇਆ ਅਤੇ ਢੋਲਕ ਵਜਾਉਣੀ ਸਿਖਾਈ, ਅਤੇ ਢੱਡ ਵੀ ਮੈਂ ਉਹਨਾਂ ਦੇ ਕੋਲੋਂ ਹੀ ਸਿੱਖੀ ਹੈ। ਗਿਆਨੀ ਜੀ, ਫਿਰ ਜਦ ਤੁਸੀਂ ਇੱਥੇ ਢਾਡੀ ਬਣੇ ਜਾਂ ਤੁਸੀਂ ਹੋਰ ਕਿਸੇ ਖੇਤਰ ਵਿੱਚ, ਸੰਗੀਤ ਦੇ ਖੇਤਰ ਵਿੱਚ ਵਿਚਰੇ, ਜਦ ਤੁਸੀਂ ਪਹਿਲੀ ਵਾਰ ਵਿਦੇਸ਼ ਗਏ ਅਤੇ ਤੁਸੀਂ ਉਹ ਕਿਸ ਰੂਪ ਵਿੱਚ ਗਏ? ਪਹਿਲੀ ਵਾਰ ਸੰਨ 1987 ਵਿੱਚ ਮੈਂ ਇੱਕ ਕੀਰਤਨੀ ਜਥੇ ਦੇ ਨਾਲ ਤਬਲਾ ਵਜਾਉਣ ਵਾਸਤੇ ਗਿਆ ਸਾਂ। ਇੱਕ ਸਾਲ ਕੈਨੇਡਾ। ਉਦੋਂ ਬਹੁਤੇ ਰਾਗੀ ਢਾਡੀ ਨਹੀਂ ਸਨ ਜਾਂਦੇ, ਇਹ 30 ਸਾਲ ਤੋਂ ਜ਼ਿਆਦਾ ਹੋ ਗਿਆ। ਉਦੋਂ ਬਹੁਤੇ ਨਹੀਂ ਸਨ ਜਾਂਦੇ, ਲੇਕਿਨ ਗੁਰੂ ਨੇ ਕਿਰਪਾ ਕੀਤੀ। ਮੈਨੂੰ ਕੋਈ ਬਹੁਤੀ ਮੁਹਾਰਤ ਹਾਸਲ ਨਹੀਂ ਸੀ, ਲੇਕਿਨ ਫਿਰ ਵੀ ਸੱਚੇ ਪਾਤਸ਼ਾਹ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ। ਮੈਂ ਰਾਗੀ ਜਥੇ ਨਾਲ ਗਿਆ ਜੀ ਕੈਨੇਡਾ ਪਹਿਲੀ ਵਾਰ, ਅਤੇ ਤਕਰੀਬਨ 11.5 ਮਹੀਨੇ ਦਾ ਸਮਾਂ ਅਸੀਂ ਕੈਨੇਡਾ ਵਿੱਚ ਬਿਤਾਇਆ। ਬੜਾ ਪਿਆਰ ਬਖਸ਼ਿਆ ਸੰਗਤਾਂ ਨੇ। ਗਿਆਨੀ ਜੀ, ਤੁਸੀਂ ਢੱਡ ਦੇ ਨਾਲ ਨਾਲ ਤਬਲਾ ਵੀ ਵਜਾ ਰਹੇ ਹੋ ਜੀ, ਅਤੇ ਤੁਸੀਂ ਗੱਲ ਹਾਰਮੋਨੀਅਮ ਦੀ ਵੀ ਕੀਤੀ ਹੈ, ਗੱਲ ਤੁਸੀਂ ਤੂੰਬੀ ਦੀ ਵੀ ਕੀਤੀ ਹੈ। ਤੁਸੀਂ ਬਹੁਤ ਸਾਰੇ ਸਾਜ਼ਾਂ ਵਿੱਚ ਮੁਹਾਰਤ ਰੱਖਦੇ ਹੋ, ਅਤੇ ਕਈ ਵਾਰ ਇਉਂ ਹੁੰਦਾ ਜਦੋਂ ਅਸੀਂ ਸਿੱਖਣ ਲੱਗਦੇ ਹਾਂ, ਘਰ ਤੋਂ ਤੁਸੀਂ ਆਪਣੇ ਭਾਈ ਸਾਹਿਬ ਤੋਂ ਪ੍ਰੇਰਿਤ ਹੋ ਕੇ ਉਹਨਾਂ ਤੋਂ ਬਹੁਤ ਕੁਝ ਸਿੱਖਿਆ, ਤੂੰਬੀ ਸਿੱਖੀ, ਹਾਰਮੋਨੀਅਮ ਸਿੱਖਿਆ, ਕੀ ਇਸ ਤੋਂ ਇਲਾਵਾ ਕਿਸੇ ਸੰਸਥਾ ਵਿੱਚ ਰਹਿ ਕੇ ਵੀ ਤੁਹਾਨੂੰ ਸਿੱਖਣ ਦਾ ਮੌਕਾ ਮਿਲਿਆ? ਹਾਂਜੀ, ਮੈਂ ਕੀਰਤਨ ਦੀ ਸਿਖਲਾਈ ਬਕਾਇਦਾ ਬੁੱਢਾ ਜੋਹੜ ਵਿਖੇ ਮੇਰੇ ਉਸਤਾਦ ਜੀ ਸਵਰਗਵਾਸ ਹੋ ਗਏ, ਗਿਆਨੀ ਬਲਕਾਰ ਸਿੰਘ ਜੀ ਮੁਲਤਾਨੀ, ਉਹਨਾਂ ਦੇ ਕੋਲੋਂ ਬਕਾਇਦਾ ਰੀਤਾਂ ਦੀ, ਰਾਗਾਂ ਦੀ ਮੈਂ ਉਹਨਾਂ ਕੋਲੋਂ ਤਾਲੀਮ ਬਹੁਤਾ ਲੰਮਾ ਸਮਾਂ ਤਾਂ ਨਹੀਂ ਮੈਂ ਪ੍ਰਾਪਤ ਕਰ ਸਕਿਆ, ਪਰ ਕੁਝ ਨਾ ਕੁਝ ਉਹਨਾਂ ਕੋਲੋਂ ਜ਼ਰੂਰ ਸਿੱਖਿਆ। ਗਿਆਨੀ ਜੀ, ਭਾਵੇਂ ਤੁਸੀਂ ਇੱਕ ਢਾਡੀ ਦੇ ਤੌਰ 'ਤੇ ਸੰਗਤ ਵਿੱਚ ਹਰਮਨ ਪਿਆਰੇ ਹੋਏ, ਪਰ ਜਿਹੜਾ ਤੁਸੀਂ ਰਾਗ ਵਿੱਦਿਆ ਸਿੱਖੀ, ਤੁਸੀਂ ਤਬਲਾ ਵਜਾ ਲੈਂਦੇ ਹੋ, ਤੁਸੀਂ ਕੀਰਤਨ ਕਰ ਲੈਂਦੇ ਹੋ, ਇਹ ਜਿਹੜੀ ਤੁਹਾਨੂੰ ਰਾਗਾਂ ਦੀ ਮੁਹਾਰਤ ਇੱਕ ਸੰਸਥਾ ਵਿੱਚ ਬੁੱਢਾ ਜੋੜ ਰਹਿ ਕੇ ਪ੍ਰਾਪਤ ਹੋਈ,
ਤੁਹਾਨੂੰ ਕੀ ਲੱਗਦਾ ਹੈ ਕਿ ਢਾਡੀ ਕਲਾ ਵਿੱਚ ਸਥਾਪਿਤ ਹੋਣ ਲਈ ਉਸ ਚੀਜ਼ ਨੇ ਤੁਹਾਡੇ ਇਸ ਖੇਤਰ ਵਿੱਚ ਵੀ ਕੋਈ ਰੋਲ ਨਿਭਾਇਆ? ਬਹੁਤ ਕਮਾਲ ਦਾ, ਬਹੁਤ ਕਮਾਲ ਦਾ। ਜਦੋਂ ਜਿਹੜਾ ਕੀਰਤਨੀ ਆ ਉਹਦੇ ਕੋਲੇ ਸੁਰ ਹੈ, ਸੁਰ ਦੀ ਪਕੜ ਹੈ, ਸੁਰ ਦੀ ਪਹਿਚਾਣ ਹੈ। ਜਿਹੜੀ ਗਾਇਕੀ ਆ ਉਹ ਚਾਹੇ ਸਾਜ਼ਾਂ ਵਾਲੀ ਹੋਵੇ, ਚਾਹੇ ਕੀਰਤਨ ਵਾਲੀ ਹੋਵੇ, ਚਾਹੇ ਢਾਡੀਆਂ ਦੀ ਜਾਂ ਕਵੀਸ਼ਰੀ ਦੀ, ਸੁਰ ਦੀ ਸੋਝੀ ਹੋਣੀ ਅਤੀ ਜ਼ਰੂਰੀ ਹੈ। ਅਤੇ ਜਿਹੜੇ ਸਮੇਂ ਦੀ ਤੁਸੀਂ ਗੱਲ ਕਰਦੇ ਹੋ, ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਬਹੁਤੀ ਨਹੀਂ ਤਾਂ ਥੋੜ੍ਹੀ ਸੁਰ ਦੀ ਸੋਝੀ ਜ਼ਰੂਰ ਪ੍ਰਾਪਤ ਹੋਈ ਹੈ। ਗਿਆਨੀ ਜੀ, ਤੁਸੀਂ ਢੱਡ ਵਜਾ ਕੇ ਕਾਫੀ ਲੰਬਾ ਸਮਾਂ ਗਾਇਆ ਅਤੇ ਸੰਗਤ ਵੀ ਤੁਹਾਨੂੰ ਸੁਖ ਨਿਰੰਜਨ ਸਿੰਘ ਸੁਮਨ ਹੋਰਾਂ ਨੂੰ ਇੱਕ ਢਾਡੀ ਦੇ ਤੌਰ 'ਤੇ ਜਾਣਦੀ ਹੈ, ਗਵਈਏ ਦੇ ਤੌਰ 'ਤੇ ਜਾਣਦੀ ਹੈ, ਅੱਜ ਪ੍ਰਚਾਰਕ ਦੇ ਤੌਰ 'ਤੇ ਵੀ ਤੁਸੀਂ ਸਥਾਪਿਤ ਹੋ। ਪਰ ਇਸ ਤੋਂ ਇਲਾਵਾ ਤੁਸੀਂ ਜਿਸ ਤਰ੍ਹਾਂ ਜ਼ਿਕਰ ਕੀਤਾ ਹੈ ਕਿ ਰਾਗੀ ਜਥੇ ਦੇ ਨਾਲ ਤਬਲਾ ਵਜਾਉਣ ਲਈ ਤੁਸੀਂ ਵਿਦੇਸ਼ ਗਏ, ਕੈਨੇਡਾ 1987 ਵਿੱਚ ਗਏ। ਇਸ ਤੋਂ ਇਲਾਵਾ ਤੁਸੀਂ ਇੱਥੇ ਰਹਿੰਦਿਆਂ ਢਾਡੀ ਬਣਨ ਤੋਂ ਪਹਿਲਾਂ ਕਿਸ ਰੂਪ ਵਿੱਚ ਸੰਗਤਾਂ ਵਿੱਚ ਪ੍ਰਚਾਰ ਦੇ ਖੇਤਰ ਵਿੱਚ ਵਿਚਰਦੇ ਰਹੇ? ਕਿਹੜੇ ਕਿਹੜੇ ਤੁਸੀਂ ਸਾਜ਼ਾਂ ਦੇ ਨਾਲ ਕਿੰਨਾ ਕੁ ਸਮਾਂ ਗਾਇਆ? ਮੁੱਢਲੇ ਰੂਪ ਜਿਵੇਂ ਮੈਂ ਜ਼ਿਕਰ ਕੀਤਾ, ਤੂੰਬੀ, ਹਾਰਮੋਨੀਅਮ, ਬੈਂਜੋ, ਇਸ ਤਰ੍ਹਾਂ ਦੇ ਜਥੇ ਸੀ। ਮੈਂ ਕਾਫੀ ਲੰਮਾ ਸਮਾਂ ਉਹਨਾਂ ਜਥਿਆਂ ਵਿੱਚ, ਵੱਖ-ਵੱਖ ਜਥਿਆਂ ਦੇ ਵਿੱਚ ਤੂੰਬੀ ਵਜਾ ਕੇ ਵੀ ਗਾਇਆ। ਅਤੇ ਦੂਜੀ ਗੱਲ ਕੀਰਤਨ ਦੀ, ਮੈਂ ਨਗਰ ਮਾਣੂਕੇ ਵਿੱਚ ਲੰਮਾ ਸਮਾਂ ਪਿਤਾ ਪੁਰਖੀ ਜਿਹਨੂੰ ਮਹੰਤੀ ਕਹਿੰਦੇ ਨੇ ਉਹ ਕਰਦਾ ਰਿਹਾ। ਪਿੰਡ ਵਿੱਚ ਕੀਰਤਨ ਕਰਨਾ, ਨੇੜੇ ਆਲੇ ਦੁਆਲੇ ਕੀਰਤਨ ਕਰਨਾ। ਫਿਰ ਕੀਰਤਨ ਦੀਆਂ ਵੀ 3 ਵਿਧਾਵਾਂ ਨੇ ਜੀ। ਇੱਕ ਰਾਗਦਾਰੀ ਦਾ ਕੀਰਤਨ, ਇੱਕ ਰੀਤਾਂ ਦਾ ਕੀਰਤਨ, ਇੱਕ ਧਾਰਨਾ ਦਾ ਕੀਰਤਨ। ਸਾਡੇ ਇਲਾਕੇ ਵਿੱਚ ਮੈਂ ਰਾਗ ਵੀ ਗਾਉਣਾ, ਮੈਂ ਰੀਤ ਵੀ ਗਾਉਣੀ, ਲੇਕਿਨ ਆਪਣੇ ਪਿੰਡਾਂ ਵਾਲੇ ਹੀ ਹੁੰਦੇ ਨੇ ਸਰੋਤੇ, ਸੱਜਣ ਮਿੱਤਰੇ, ਉਹਨਾਂ ਨੇ ਕਹਿਣਾ ਵੀ ਨਹੀਂ, ਧਾਰਨਾ ਲਾ ਕੇ ਬੀਬੀਆਂ ਨੇ ਪਿੱਛੇ ਬੋਲਣਾ। ਉਹ ਆਨੰਦ ਵੀ ਮਾਣਿਆ, ਉਹ ਕੀਰਤਨ ਵੀ ਮੈਂ ਸਾਖੀ ਸੁਣਾ ਕੇ ਕਰਦਾ ਰਿਹਾ ਜੀ। ਗਿਆਨੀ ਜੀ, ਤੁਸੀਂ ਆਪਣੇ ਜੀਵਨ ਦੌਰਾਨ ਬੜੇ ਤਜਰਬੇ ਕੀਤੇ, ਤੂੰਬੀ ਨਾਲ ਗਾਇਆ, ਬੈਂਜੋ ਨਾਲ ਗਾਇਆ, ਕੀਰਤਨ ਕੀਤਾ ਅਤੇ ਫਿਰ ਢੱਡ ਸਰੰਗੀ 'ਤੇ ਵੀ ਤੁਹਾਨੂੰ ਪੇਸ਼ਕਾਰੀ ਕਰਨ ਦਾ ਲੰਬਾ ਸਮਾਂ ਮੌਕਾ ਮਿਲਿਆ। ਅਤੇ ਇੱਕ ਦੌਰ ਸੀ ਜਦੋਂ ਤੁਸੀਂ ਢਾਡੀ ਬਣੇ। ਢਾਡੀ ਬਣਨ ਦਾ ਕੀ ਕਾਰਨ ਸੀ? ਕਿਤੇ ਇਹ ਤਾਂ ਨਹੀਂ ਸੀ ਕਿ ਤੁਸੀਂ ਤੂੰਬੀ ਵਜਾਉਂਦੇ ਸੀ ਅਤੇ ਤੂੰਬੀ ਵਾਲਿਆਂ 'ਤੇ ਸਾਡੇ ਜੁਝਾਰੂ ਸਿੰਘਾਂ ਨੇ ਪਾਬੰਦੀਆਂ ਲਾਈਆਂ ਹੋਈਆਂ ਸਨ? ਕਈ ਵਾਰ ਤੂੰਬੀਆਂ ਵਾਲੇ ਬਹੁਤ ਸਾਰੇ ਸੱਜਣ ਜਿਹੜੇ ਢਾਡੀ ਕਲਾ ਵੱਲ ਪ੍ਰੇਰਿਤ ਹੋਏ। ਤੁਸੀਂ ਕਿਸ ਕਾਰਨ ਕਰਕੇ, ਕੀ ਇਹ ਕਾਰਨ ਸੀ ਜਾਂ ਕੋਈ ਹੋਰ? ਨਹੀਂ, ਐਸਾ ਕੋਈ ਕਾਰਨ ਨਹੀਂ ਸੀ। ਮੈਨੂੰ ਹਰ ਖੇਤਰ ਵਿੱਚ ਵਿਚਰਨ ਦਾ ਸ਼ੌਕ ਸੀਗਾ। ਜਦੋਂ ਮੈਂ ਕੀਰਤਨ ਕਰਦਾ ਸੀ, ਮੈਨੂੰ ਵੱਖ-ਵੱਖ ਢਾਡੀਆਂ ਨੇ ਜਦੋਂ ਮਿਲਣਾ, ਮੈਂ ਜਦੋਂ ਕੈਨੇਡਾ ਦਾ ਤੁਹਾਨੂੰ ਇੱਕ ਵਾਕਿਆ ਸੁਣਾਉਣਾ। ਇੱਕ ਬਹੁਤ ਪ੍ਰਸਿੱਧ ਢਾਡੀ ਜੱਥਾ ਉੱਥੇ ਗਿਆ ਹੋਇਆ, ਉਹ 3 ਬੰਦੇ ਸਨ, ਮਾਝੇ ਤੋਂ ਸਨ। ਅਤੇ ਇੱਕ ਦਿਨ ਸਬੱਬ ਐਸਾ ਬਣਿਆ, ਕਮਰੇ ਵਿੱਚ ਬੈਠੇ ਮੈਂ ਢੱਡ ਪਕੜੀ, ਉਹ ਬੰਦੇ ਨੇ ਮੈਨੂੰ, ਉਹਨਾਂ ਦੇ ਜਥੇਦਾਰ ਨੇ, ਪ੍ਰਚਾਰਕ ਨੇ, ਮੈਨੂੰ ਕਹਿੰਦਾ ਸੁਮਨ ਛੱਡ ਰਾਗੀ ਜਥੇ ਦਾ ਖਹਿੜਾ, ਆ ਸਾਡੇ ਜਥੇ ਵਿੱਚ। ਜਾਣੀ ਮੈਨੂੰ ਵੱਖ-ਵੱਖ ਤਰ੍ਹਾਂ ਦੇ ਗਾਇਕੀ ਦੇ ਸ਼ੌਕ ਸਨ। ਰੋਕਿਆ ਕਿਸੇ ਨੇ ਨਹੀਂ ਮੈਨੂੰ। ਤੂੰਬੀ ਮੇਰਾ ਸ਼ੌਕ ਆ, ਮੈਂ ਅੱਜ ਵੀ ਵਜਾਉਣਾ, ਮੇਰੇ ਕੋਲ ਘਰ ਰੱਖੀ ਆ, ਹੈ ਕਿ ਨਹੀਂ? ਅਤੇ ਇਸ ਕਰਕੇ ਮਹਾਰਾਜ ਕੋਈ ਪਾਬੰਦੀ ਮੇਰੇ 'ਤੇ ਕਿਸੇ ਨੇ ਨਹੀਂ ਲਾਈ। ਹਾਂਜੀ, ਸ਼ੌਕ ਨਾਲ ਤੁਸੀਂ ਢਾਡੀ ਕਲਾ ਵੱਲ ਆਏ ਅਤੇ ਤੁਸੀਂ ਪੱਕੇ ਤੌਰ 'ਤੇ ਇੱਕ ਢਾਡੀ ਜਥੇ ਦੇ ਨਾਲ ਕਿਹੜੇ ਸੰਨ ਵਿੱਚ ਲਗਭਗ ਜੁੜੇ ਅਤੇ ਤੁਸੀਂ ਕਿੰਨਾ ਕੁ ਸਮਾਂ ਕਿਹੜੇ ਜਥਿਆਂ ਨਾਲ, ਵੱਖ-ਵੱਖ ਜਥਿਆਂ ਦੇ ਨਾਲ ਸੇਵਾਵਾਂ ਕੀਤੀਆਂ? ਉਹਨਾਂ ਦੇ ਵਿੱਚ ਖਾਸ ਜਿਹੜੇ ਤੁਸੀਂ ਨਾਂ ਲੈਣੇ ਚਾਹੋਗੇ? ਕੈਨੇਡਾ ਤੋਂ ਵਾਪਸ ਆ ਕੇ ਸੰਨ 88 ਵਿੱਚ ਮੈਂ ਗਿਆਨੀ ਕਰਤਾਰ ਸਿੰਘ ਜੀ ਕਿਰਤੀ ਹੋਣਾ ਨਾਲ ਥੋੜ੍ਹਾ ਜਿਹਾ ਸਮਾਂ, ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ। ਬਹੁਤ ਵਧੀਆ ਇਨਸਾਨ ਸਨ, ਵਿਦਵਾਨ ਸਨ ਗਿਆਨੀ ਕਰਤਾਰ ਸਿੰਘ ਜੀ ਕਿਰਤੀ, ਲੇਕਿਨ ਕੁਝ ਕੁ ਮਹੀਨੇ ਅਸੀਂ ਵਿਚਰੇ, ਐਕਸੀਡੈਂਟ ਵਿੱਚ ਉਹਨਾਂ ਦੀ ਡੈਥ ਹੋ ਗਈ। ਉਹਨਾਂ ਦੀ ਮੌਤ ਤੋਂ ਬਾਅਦ ਮੈਂ ਲੰਮਾ ਸਮਾਂ ਗਿਆਨੀ ਸੁਦਾਗਰ ਸਿੰਘ ਜੀ ਬੇਪਰਵਾਹ ਹੋਣਾ ਦੇ ਨਾਲ ਢੱਡ ਵਜਾ ਕੇ ਸੇਵਾ ਕਰਦਾ ਰਿਹਾ, ਤਕਰੀਬਨ 5-6 ਸਾਲ। ਅਤੇ ਬੜਾ ਮਾਣ ਸੰਗਤਾਂ ਨੇ ਦਿੱਤਾ। ਅਤੇ ਗਿਆਨੀ ਸੁਦਾਗਰ ਸਿੰਘ ਜੀ ਬੇਪਰਵਾਹ ਮੈਨੂੰ ਆਪਣੇ ਬੱਚਿਆਂ ਵਾਂਗ ਪਿਆਰ ਦਿੰਦੇ ਸਨ। ਗਿਆਨੀ ਜੀ, ਗਿਆਨੀ ਸੁਦਾਗਰ ਸਿੰਘ ਬੇਪਰਵਾਹ ਸੱਚਮੁੱਚ ਇੱਕ ਮਹਾਨ ਪ੍ਰਚਾਰਕ ਸਨ। ਉਹਨਾਂ ਦਾ ਬੋਲਣ ਦਾ ਇੱਕ ਬੜਾ ਵਧੀਆ ਅਤੇ ਵਿਲੱਖਣ ਅੰਦਾਜ਼ ਸੀ ਅਤੇ ਬੁਲੰਦ ਆਵਾਜ਼ ਸੀ, ਬੜੇ ਜੋਸ਼ ਨਾਲ ਬੋਲਦੇ ਸਨ। ਅਤੇ ਇੱਕ ਵੱਡੀ ਗੱਲ ਕਿ ਜੁਝਾਰੂਵਾਦ ਦੇ ਦੌਰਾਨ
ਜਦੋਂ ਸਾਡੇ ਸੂਰਬੀਰ ਖਾੜਕੂ ਸਿੰਘ ਹੱਥਾਂ ਵਿੱਚ ਹਥਿਆਰ ਲੈ ਕੇ ਜ਼ੁਲਮ ਦੇ ਖਿਲਾਫ ਲੜ ਰਹੇ ਸਨ, ਉਸ ਵਕਤ ਜੇ ਕੋਈ ਪ੍ਰਚਾਰਕ ਖੁੱਲ੍ਹੇਆਮ ਉਹਨਾਂ ਸਿੰਘਾਂ ਦੀ ਹਮਾਇਤ ਵਿੱਚ ਬੋਲਦਾ ਸੀ ਤੇ ਉਹਦੇ ਵਿੱਚ ਬੇਪਰਵਾਹ ਸਾਹਿਬ ਦਾ ਨਾਮ ਬੜੇ ਮਾਣ ਨਾਲ ਲਿਆ ਜਾਂਦਾ। ਅਤੇ ਉਸ ਵਕਤ ਤੁਹਾਡੀ ਇੱਕ ਕੈਸਟ ਵੀ ਆਈ ਸੀ, ਅਮਨ ਦਾ ਦੇਵਤਾ, ਸ਼ਹੀਦ ਜੁਗਰਾਜ ਸਿੰਘ ਤੂਫਾਨ ਦਾ ਪ੍ਰਸੰਗ ਸੀ। ਅਤੇ ਉਸ ਕੈਸਟ ਬਾਰੇ, ਉਸ ਕੈਸਟ ਦੇ ਨਾਲ ਤੁਹਾਡੀ ਪਛਾਣ ਬਣੀ, ਅਤੇ ਉਹਦੇ ਬਾਰੇ ਕੁਝ ਦੱਸੋ, ਕਿੱਦਾਂ ਸਬੱਬ ਬਣਿਆ, ਕਿੱਦਾਂ ਕੈਸਟ ਰਿਕਾਰਡ ਹੋਈ, ਅਤੇ ਕੈਸਟ ਰਿਕਾਰਡ ਹੋਣ ਤੋਂ ਬਾਅਦ ਕੋਈ ਸਮੱਸਿਆ ਤੁਹਾਨੂੰ, ਤੁਹਾਡੇ ਸਾਥੀਆਂ ਨੂੰ, ਬੇਪਰਵਾਹ ਸਾਹਿਬ ਨੂੰ ਆਈ? ਪੂਜਿਆਵਰ ਉਸਤਾਦ ਗਿਆਨੀ ਸੁਦਾਗਰ ਸਿੰਘ ਜੀ ਬੇਪਰਵਾਹ ਇੱਕ ਜਜ਼ਬਾਤੀ ਕਿਸਮ ਦੇ ਇਨਸਾਨ ਸਨ। ਉਹਨਾਂ ਨੇ ਜੋ ਕੁਝ ਸੁਣਿਆ, ਕਿਉਂਕਿ ਉਹਨਾਂ ਦੀਆਂ ਭਾਵਨਾਵਾਂ ਸੰਘਰਸ਼ ਵਾਲੇ ਸਮੇਂ ਦੇ ਨਾਲ ਜਾਂ ਉਹਨਾਂ ਜੁਝਾਰੂਆਂ ਨਾਲ ਜੁੜੀਆਂ ਹੋਈਆਂ ਸਨ। ਜੋ ਕੁਝ ਸੁਣਿਆ ਜਾਂ ਜੋ ਕੁਝ ਪੜ੍ਹਿਆ, ਉਹ ਦੂਜੇ ਦਿਨ ਉਸ ਮਸਲੇ 'ਤੇ ਇੱਕ ਪ੍ਰਸੰਗ ਤਿਆਰ ਕਰ ਦਿੰਦੇ ਸਨ। ਜੇ ਮੈਂ ਨਾ ਭੁੱਲਦਾ ਹੋਵਾਂ ਤਾਂ ਇੱਕ ਮੈਗਜ਼ੀਨ ਆਉਂਦਾ ਸੀ, ਖੰਡੇ ਧਾਰ। ਉਹਦੇ ਵਿੱਚ ਬਹੁਤ ਵੱਡ ਆਕਾਰੀ ਭਾਈ ਜੁਗਰਾਜ ਸਿੰਘ ਤੂਫਾਨ ਦਾ ਪੂਰਾ ਜੀਵਨ ਬਚਪਨ ਤੋਂ ਲੈ ਕੇ ਸ਼ਹਾਦਤ ਤੱਕ ਛਪਿਆ। ਉਹਨੂੰ ਪੜ੍ਹਨ ਤੋਂ ਬਾਅਦ ਗਿਆਨੀ ਸੁਦਾਗਰ ਸਿੰਘ ਜੀ ਹੁਣਾਂ ਨੇ 8 ਕਵਿਤਾਵਾਂ ਦਾ ਪ੍ਰਸੰਗ ਤਿਆਰ ਕਰ ਲਿਆ, ਅਤੇ ਉਹ ਅਸੀਂ ਸਟੇਜਾਂ 'ਤੇ ਬਾਅਦ 'ਚ ਗਾਉਣ ਲੱਗਿਆਂ ਸਭ ਤੋਂ ਪਹਿਲਾਂ ਉਹਨੂੰ ਰਿਕਾਰਡ ਕਰਵਾਇਆ। ਰਿਕਾਰਡ ਕਰਵਾਉਣ ਤੋਂ ਬਾਅਦ ਫਿਰ ਉਹਨੂੰ ਜਿੱਥੇ ਅਸੀਂ ਗਾਇਆ ਜੀ, ਜਿਸ ਪਾਸੇ ਨੂੰ ਅਸੀਂ ਜਾਂਦੇ ਸੀ, ਸੰਗਤਾਂ ਦਾ ਹੜ ਸਾਡੇ ਪਿੱਛੇ ਆਉਂਦਾ ਸੀ। ਅਤੇ ਕੰਪਨੀਆਂ ਵਾਲੇ ਜਿਹੜੇ ਰਿਕਾਰਡਿੰਗ ਕਰਦੇ ਸਨ ਨਾ ਟੇਪਾਂ ਦੀ, ਕੈਸਟਾਂ ਦੀ, ਉਹ ਇੱਕ ਮਿਥ ਬਣ ਗਈ ਸੀ। ਜਦੋਂ ਅਸੀਂ ਕਿਸੇ ਕੰਪਨੀ ਵਾਲੇ ਨੇ ਫੋਨ ਕਰਨਾ ਜਾਂ ਅਸੀਂ ਮਿਲਣ ਵਾਸਤੇ ਜਾਣਾ, ਉਹਨਾਂ ਨੇ ਚਿਹਰੇ ਪਛਾਣ ਕੇ ਕਹਿਣਾ ਵੀ ਆ ਅਮਨ ਦੇ ਦੇਵਤੇ ਵਾਲੇ ਆ। ਇਹ ਸਾਡੀ ਇੱਕ ਪ੍ਰਾਪਤੀ ਸੀ ਉਸ ਕੈਸਟ। ਗਿਆਨੀ ਜੀ, ਉਸ ਕੈਸਟ ਨੂੰ ਬੜਾ ਪਿਆਰ ਸੰਗਤਾਂ ਵੱਲੋਂ ਵੀ ਮਿਲਿਆ, ਅਤੇ ਕੈਸਟ ਕੰਪਨੀਆਂ ਦੀ ਵੀ ਤੁਸੀਂ ਨਜ਼ਰ ਵਿੱਚ ਆ ਗਏ। ਉਸ ਤੋਂ ਬਾਅਦ ਤੁਹਾਡੀਆਂ ਹੋਰ ਵੀ ਕੈਸਟਾਂ ਆਈਆਂ। ਜਿੱਥੋਂ ਤੱਕ ਬੇਪਰਵਾਹ ਸਾਹਿਬ ਦਾ ਸਵਾਲ ਹੈ, ਉਹ ਸੱਚਮੁੱਚ ਇੱਕ ਨਿਧੜਕ ਪ੍ਰਚਾਰਕ ਸਨ। ਅਤੇ ਵੱਡੀ ਗੱਲ, ਹਰ ਇੱਕ ਬੰਦਾ ਆਮ ਤੌਰ 'ਤੇ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪੈਸਾ ਵੀ ਕਮਾਈਏ, ਕਿਉਂਕਿ ਗੁਜ਼ਰਾਨ ਹੈ, ਪੈਸਾ ਦੌਲਤ ਗੁਜ਼ਰਾਨ ਹੈ। ਪਰ ਬੇਪਰਵਾਹ ਸਾਹਿਬ ਸ਼ਹੀਦ ਸਿੰਘਾਂ ਦੇ ਭੋਗ 'ਤੇ ਇੱਕ ਦਿਲੀ ਹਮਦਰਦੀ ਕਰਕੇ ਆਪਣਾ ਫਰਜ਼ ਸਮਝ ਕੇ ਜਾਂਦੇ ਸਨ। ਅਤੇ ਕੀ ਉਸ ਸਮੇਂ ਦੌਰਾਨ, ਕਿਉਂਕਿ ਪ੍ਰਸ਼ਾਸਨ ਦੀ, ਪੁਲਿਸ ਦੀ ਅੱਖ ਹਰ ਇੱਕ ਬੰਦੇ 'ਤੇ ਰਹਿੰਦੀ ਸੀ, ਜੇ ਕਿਸੇ ਦੇ ਘਰ ਕੋਈ ਪ੍ਰਸ਼ਾਦਾ ਛਕ ਗਿਆ ਤਾਂ ਫਿਰ ਵੀ ਤੁਸੀਂ ਤਾਂ ਉਹਨਾਂ ਦੀਆਂ ਬਰਸੀਆਂ 'ਤੇ, ਉਹਨਾਂ ਦੇ ਭੋਗਾਂ 'ਤੇ ਜਾ ਕੇ ਬੋਲਦੇ ਸੀ। ਕੀ ਤੁਹਾਨੂੰ ਕੋਈ ਕਦੇ ਸਮੱਸਿਆ ਤਾਂ ਨਹੀਂ ਆਈ? ਜੇ ਆਈ ਤਾਂ ਉਹ ਸੰਗਤ ਨਾਲ ਜ਼ਰੂਰ ਸਾਂਝੀ ਕਰੋ। ਇੱਕ ਵਾਰ ਨਹੀਂ, ਬਹੁਤ ਵਾਰ ਦੁਸ਼ਵਾਰੀਆਂ ਦਾ, ਉਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਕਈ ਵਾਕਿਆਤ ਨੇ, ਜੇ ਮੈਂ ਉਹਨਾਂ ਦਾ ਜ਼ਿਕਰ ਕਰਨ ਲੱਗਾ ਤਾਂ ਸਮਾਂ ਬਹੁਤ ਲੱਗ ਜਾਏਗਾ। ਜਿੱਥੇ ਪ੍ਰੋਗਰਾਮ ਕਰਨ ਵਾਸਤੇ ਜਾਂਦੇ ਸੀ, ਜਦੋਂ ਜਾਣਾ, ਸੰਗਤ ਦੀ ਗਿਣਤੀ ਕਿਸੇ ਨਗਰ ਦੇ, ਮੰਨ ਲਓ ਵੀ ਕਿਸੇ ਸ਼ਹੀਦ ਦੇ ਭੋਗ 'ਤੇ ਜਾਂਦੇ ਹਾਂ, ਸੰਗਤ ਦੀ ਗਿਣਤੀ ਘੱਟ ਹੁੰਦੀ ਸੀ। ਪ੍ਰਸ਼ਾਸਨ ਵਾਲੇ, CRP ਉਦੋਂ ਜ਼ਿਆਦਾ ਸੀ ਪੰਜਾਬ 'ਚ, ਪੰਜਾਬ ਪੁਲਿਸ ਦੀ ਅਤੇ CRP ਦੀ ਗਿਣਤੀ ਵੀ ਘੱਟ ਹੁੰਦੀ ਸੀ। ਲੇਕਿਨ ਜਿਉਂ-ਜਿਉਂ ਭੋਗ ਦਾ ਸਮਾਂ ਨੇੜੇ ਆਈ ਜਾਣਾ ਜਾਂ ਭੋਗ ਪੈ ਜਾਣਾ, ਤਾਂ ਪਿੰਡਾਂ ਨੂੰ ਇਸ ਤਰ੍ਹਾਂ ਘੇਰਾ ਪਾਇਆ ਜਾਂਦਾ ਸੀ, ਉਸ ਪਿੰਡ ਨੂੰ, ਜਿਵੇਂ ਕਿਤੇ ਕੋਈ ਮੁਕਾਬਲਾ ਹੋ ਕੇ ਹਟਿਆ ਹੋਵੇ ਜਾਂ ਮੁਕਾਬਲਾ ਕਰਨਾ ਹੋਵੇ। ਅਤੇ ਉਹਨਾਂ ਪਿੰਡਾਂ ਦੇ ਵਿੱਚੋਂ ਨਿਕਲਣਾ, ਮੇਰੇ ਕਈ ਵਾਕਿਆਤ ਯਾਦ ਨੇ। ਜੇ ਮੈਂ ਕਹਿਣ ਲੱਗਾ ਤਾਂ ਸ਼ਾਇਦ ਸਮਾਂ ਜ਼ਿਆਦਾ ਲੱਗ ਜਾਏਗਾ, ਅਤੇ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇੱਥੇ ਹੀ ਬਸ ਨਹੀਂ, ਇੱਕ ਵਾਰ ਮੈਨੂੰ ਚੇਤੇ ਆ ਬਈ ਮੈਂ ਮੁੱਲਾਪੁਰ ਰਹਿੰਦਾ ਸੀ ਪਿੰਡ ਵਿੱਚ, ਅਤੇ ਰਾਤ ਦੇ ਸਮੇਂ ਪੁਲਿਸ ਸਾਡੇ ਘਰ ਆ ਗਈ। ਕੋਈ ਰਿਸ਼ਤੇਦਾਰ ਆਏ ਹੋਏ ਸਨ, ਕਾਫੀ ਗਰਮੀਆਂ ਦੇ ਦਿਨ ਸੀ ਅਤੇ ਕਾਫੀ ਹਨੇਰਾ ਹੋ ਗਿਆ। ਸਾਨੂੰ ਪ੍ਰਸ਼ਾਦਾ ਪਾਣੀ ਛਕਦਿਆਂ 10-11 ਵੱਜ ਗਏ। ਪ੍ਰਸ਼ਾਦਾ ਛਕਣ ਤੋਂ ਬਾਅਦ ਸਿੰਘਣੀ ਗੇਟ ਦੇ ਲਾਗੇ ਬਰਤਨ ਸਾਫ਼ ਕਰਦੀ ਸੀ। ਬਾਹਰੋਂ ਦਰਵਾਜ਼ਾ ਖੜਕਿਆ, ਖਿਮਾ ਕਰਿਓ ਇਸ ਸ਼ਬਦ ਲਈ ਮੈਨੂੰ, ਦਰਵਾਜ਼ਾ ਖੜਕਿਆ ਅਤੇ ਸਿੰਘਣੀ ਨੇ ਆਮ ਪੇਂਡੂ ਆਵਾਜ਼ 'ਚ ਕਹਿੰਦੀ ਵੀ ਦਿਨੇ ਵੀ ਆਉਂਦੇ ਨੇ ਅਤੇ ਕੁੱਤੇ ਰਾਤ ਨੂੰ ਵੀ ਗੇਟ ਖੜਕਾਈ ਜਾਂਦੇ ਨੇ। ਅਤੇ ਬਾਹਰੋਂ ਆਵਾਜ਼ ਆਈ, ਬੀਬਾ ਕਿਸੇ ਕੁੱਤੇ ਨੇ ਨਹੀਂ ਗੇਟ ਖੜਕਾਇਆ, ਅਸੀਂ ਪੁਲਿਸ ਵਾਲਿਆਂ, ਦਰਵਾਜ਼ਾ ਖੋਲ੍ਹੋ। ਮੈਂ ਜੇ ਉਹਨੇ ਮੈਨੂੰ ਆਵਾਜ਼ ਮਾਰੀ ਸਿੰਘਣੀ ਨੇ, ਮੈਂ ਜੱਕੋ ਤੱਕੀ 'ਚ ਵੀ ਦਰਵਾਜ਼ਾ ਖੋਲ੍ਹਾਂ ਜਾਂ ਕੀ ਕਰਾਂ, ਅਤੇ ਉੱਪਰੋਂ ਆਵਾਜ਼ ਆ ਗਈ ਕੋਠੇ ਤੋਂ ਵੀ ਜਲਦੀ ਦਰਵਾਜ਼ਾ ਖੋਲ੍ਹ ਦਿਓ। ਜਦੋਂ ਮੈਂ ਉੱਪਰ ਨੂੰ ਨਿਗਾਹ ਮਾਰੀ
ਤੇ ਸਾਡੇ ਘਰ ਦੀ ਸਾਰੀ ਛੱਤ ਤੇ ਉਹਦੇ ਬਨੇਰੇ ਜਿਹੜੇ ਉਹਨਾਂ ਤੇ ਪੁਲਿਸ ਵਾਲੇ ਖੜੇ ਸਨ। ਆਏ ਸਨ ਉਹ ਕਿਸੇ ਹੋਰ, ਉਹਨਾਂ ਨੂੰ ਭੁਲੇਖਾ ਲੱਗ ਗਿਆ ਜਾਂ ਕਿਸੇ ਦੀ ਦੱਸ ਪੈ ਗਈ ਮੇਰੇ ਕੋਲ ਹੋਣ ਦੀ, ਪਰ ਉਹਨਾਂ ਆਏ ਬੜੀ ਤਸੱਲੀ ਨਾਲ, ਉਹਨਾਂ ਨੇ ਘਰ ਦੀ ਤਲਾਸ਼ੀ ਲਈ, ਪਰ ਉਹਨਾਂ ਨੂੰ ਕੁਝ ਨਹੀਂ ਬਰਾਮਦ ਹੋਇਆ। ਮੇਰਾ ਇੱਕ ਰਿਸ਼ਤੇਦਾਰ ਸੀ ਮੇਰੇ ਕੋਲ ਆਇਆ ਹੋਇਆ, ਉਹਦਾ ਥਾਂ ਪਤਾ ਪੁੱਛਿਆ, ਉਹਦਾ ਐਡਰੈਸ ਪੁੱਛਿਆ, ਮੇਰਾ ਪੁੱਛਿਆ, ਤੇ ਲੇਕਿਨ ਉਹ ਪੂਰੀ ਛਾਣਬੀਣ ਕਰਨ ਤੋਂ ਬਾਅਦ ਚਲੇ ਗਏ। ਗਿਆਨੀ ਜੀ, ਇਸ ਤੋਂ ਇਲਾਵਾ ਪ੍ਰੋਗਰਾਮ 'ਤੇ ਜਾਣ ਸਮੇਂ ਜਦ ਤੁਸੀਂ ਬੇਪਰਵਾਹ ਸਾਹਿਬ ਦੇ ਨਾਲ ਜਾਂਦੇ ਸੀ, ਪ੍ਰੋਗਰਾਮ ਦੌਰਾਨ ਕਿਸੇ ਕਿਸਮ ਦੀ ਕੋਈ ਸਮੱਸਿਆ ਆਈ ਹੋਵੇ ਤਾਂ? ਪ੍ਰੋਗਰਾਮਾਂ 'ਤੇ ਵੀ ਬੜੀ ਤਰ੍ਹਾਂ ਦੇ ਇਸ ਤਰ੍ਹਾਂ ਮਸਲੇ ਖੜ੍ਹੇ ਹੋ ਜਾਂਦੇ ਸੀ। ਸੰਘਰਸ਼ ਦੇ ਵੇਲੇ ਦੀ ਗੱਲ ਕਰਦੇ ਹੋ ਤੁਸੀਂ? ਇੱਕ ਪਿੰਡ ਅਸੀਂ ਗਏ ਗਾਉਣ ਵਾਸਤੇ, ਸ਼ਹੀਦ ਦੇ ਭੋਗ 'ਤੇ ਭੋਗ ਪੈ ਚੁੱਕਾ ਸੀ, ਅਰਦਾਸ ਹੋ ਚੁੱਕੀ ਸੀ। ਹੁਕਮਨਾਮੇ ਤੋਂ ਬਾਅਦ ਜਦੋਂ ਸਾਜ਼ ਖੋਲ੍ਹੇ, ਸਾਊਂਡ ਰਾਹੀਂ, ਸਪੀਕਰ ਰਾਹੀਂ ਇਹਦੀ ਸਰੰਗੀ ਦੀ ਆਵਾਜ਼ ਬਾਹਰ ਗਈ, ਅਤੇ ਬਾਹਰੋਂ ਇੱਕ ਪੁਲਿਸ ਵਾਲਾ SHO, ਉਹ ਸਣੇ ਬੂਟ ਪਾਏ, ਮਹਾਰਾਜ ਦੀ ਹਜ਼ੂਰੀ 'ਚ ਪਹੁੰਚ ਗਿਆ। ਉਹਨੇ ਸਰੰਗੀ ਵੱਲ, ਸਾਡੇ ਜਥੇ ਵੱਲ ਇਸ਼ਾਰਾ ਕਰਕੇ ਵੀ ਆਹ ਨਹੀਂ ਮੈਂ ਹੋਣ ਦੇਣਾ। ਬੇਪਰਵਾਹ ਜੀ ਮੂਹਰੇ ਆ ਗਏ, ਉਹਨਾਂ ਨੇ ਆਪਣੀ ਗੱਲ ਸ਼ੁਰੂ ਕਰ ਲਈ। ਜਦੋਂ ਕਿਹਾ ਵੀ ਸ਼ਹੀਦ ਜਸਬੀਰ ਸਿੰਘ, ਉਹਦਾ ਨਾਂ ਲਿਆ, ਅਤੇ ਉਹਨੇ ਉੱਥੇ ਹੀ ਖਲੋਤਿਆਂ ਉੱਚੀ ਆਵਾਜ਼ 'ਚ ਗਰਜ ਕੇ ਪੁਲਿਸ ਵਾਲੇ ਨੇ ਕਹਿ ਦਿੱਤਾ ਵੀ ਤੁਸੀਂ ਆਪਣਾ ਕੰਮ ਕਰ ਸਕਦੇ ਹੋ, ਗਾ ਸਕਦੇ ਹੋ, ਪਰ ਮੈਂ ਸ਼ਹੀਦ ਨਹੀਂ ਕਹਿਣ ਦਿਆਂਗਾ। ਬੇਪਰਵਾਹ ਜੀ ਕਹਿੰਦੇ ਸ਼ਹੀਦ ਨਹੀਂ, ਅਮਰ ਸ਼ਹੀਦ ਕਹਾਂਗਾ। ਭੋਗ ਪੈ ਗਿਆ, ਸੰਗਤਾਂ ਚਲੀਆਂ ਗਈਆਂ, ਅਸੀਂ ਰਹਿ ਗਏ, ਅਤੇ ਬੜੀ ਬਿਪਤਾ ਦਾ ਸਾਹਮਣਾ ਕਹਿ ਸਕਦਾ। ਅਤੇ ਚਾਰੇ ਪਾਸੇ ਹੋਰ ਗਾਰਦਾਂ ਆ ਗਈਆਂ ਕੇਵਲ ਸਾਡੇ ਚਾਰਾਂ ਲਈ। ਉਹ ਘਰ ਵਾਲਿਆਂ ਨੇ ਵੀ ਸਾਨੂੰ ਇੱਥੋਂ ਤੱਕ ਕਹਿ ਦਿੱਤਾ ਵੀ ਭਾਈ ਹੁਣ ਤੁਸੀਂ ਇੱਥੋਂ ਜਾਓ। ਕੁਝ ਨੌਜਵਾਨ ਜਜ਼ਬਾਤੀ ਸਨ, ਉਹਨਾਂ ਨੇ ਸਾਨੂੰ ਪੌੜੀਆਂ ਲਾ ਲਾ ਕੇ ਇੱਕ ਤੋਂ ਦੂਜੇ, ਦੂਜੇ ਤੋਂ ਤੀਜੇ ਘਰ ਵਿੱਚ ਪਹੁੰਚਾ ਦਿੱਤਾ। ਅਤੇ 2 ਸਿੰਘ ਸਾਈਕਲਾਂ 'ਤੇ ਆਲੇ ਪਿੰਡ ਦੇ ਆਲੇ ਦੁਆਲੇ ਗੇੜਾ ਕੱਢਦੇ ਸਨ ਵੀ ਪਤਾ ਕਰੀਏ। ਘੇਰਾ ਚੁੱਕਿਆ ਗਿਆ ਇੱਥੋਂ ਤੱਕ ਭਈ ਪਿੰਡ ਤੋਂ, ਪਿੰਡ ਦੇ ਅੱਡੇ ਤੋਂ ਚੱਲਣ ਵਾਲੀ ਬੱਸ ਨੂੰ ਅੱਗੇ 2 ਕਿਲੋਮੀਟਰ ਜਾ ਕੇ ਫਿਰ ਰੋਕ ਲਿਆ ਜਾਂਦਾ ਸੀ। ਉਹਦੇ 'ਚੋਂ ਤਲਾਸ਼ੀ ਲਈ ਜਾਂਦੀ ਸੀ ਵੀ ਉਹ 4 ਜਿਹੜੇ ਨੀਲੀਆਂ ਪੱਗਾਂ ਵਾਲੇ ਨੇ ਕਿਤੇ ਬੱਸ ਵਿੱਚ ਤਾਂ ਨਹੀਂ। ਇਸ ਤਰ੍ਹਾਂ ਦਾ ਵਾਕਿਆਤ ਹੋਇਆ। ਲੇਕਿਨ ਬੈਠੇ ਰਹੇ ਅਸੀਂ ਵੀ। ਜਦੋਂ ਹਨੇਰਾ ਹੋ ਗਿਆ, ਫਿਰ ਹਨੇਰੇ ਦੇ ਵਿੱਚ ਪੁਲਿਸ ਜਾਂ CRP ਉਹ ਫਿਰ ਪਿੰਡ ਛੱਡ ਕੇ ਚਲੇ ਜਾਂਦੇ ਸਨ ਹਨੇਰੇ ਦੇ ਵਿੱਚ। ਅਤੇ ਜਦੋਂ ਹਨੇਰਾ ਹੋਇਆ, ਸਾਡੇ ਕੋਲੋਂ ਸਿੰਘ ਆਏ, ਕਹਿੰਦੇ ਜੀ ਬਈ ਹੁਣ ਇਸ ਵੇਲੇ ਕੋਈ ਵੀ ਪੁਲਿਸ ਵਾਲਾ ਨਹੀਂ, ਕਿਉਂਕਿ ਜਿਸ ਪਰਿਵਾਰ ਵਿੱਚ ਬੈਠੇ ਹਾਂ ਉਹਨਾਂ ਨੂੰ ਇਉਂ ਸੀ ਵਿੱਚ ਜੇ ਸਾਡੇ ਘਰੋਂ ਇਹਨਾਂ ਦੀ ਗ੍ਰਿਫਤਾਰੀ ਪਊ ਤਾਂ ਸਾਡੇ 'ਤੇ ਵੀ ਬਿਪਤਾ ਬਣੂਗੀ। ਲੋਕ ਬਹੁਤ ਡਰਦੇ ਸਨ। ਚਲੋ ਫਿਰ ਅਸੀਂ ਆਪੋ ਆਪਣੇ ਸਾਧਨਾਂ 'ਤੇ ਜਦੋਂ ਰਸਤੇ ਸਾਫ਼ ਹੋਏ ਆਪਣੇ ਘਰ ਪਹੁੰਚ ਗਏ ਜੀ। ਗਿਆਨੀ ਜੀ, ਗਿਆਨੀ ਸੁਦਾਗਰ ਸਿੰਘ ਬੇਪਰਵਾਹ ਸਾਹਿਬ, ਉਹ ਸੱਚਮੁੱਚ ਉਹਨਾਂ ਦਾ ਜਿਹੜਾ ਤਖੱਲਸ ਬੇਪਰਵਾਹ ਉਹਨਾਂ ਨੂੰ ਪੂਰਾ ਢੁੱਕਦਾ ਸੀ। ਉਹਨਾਂ ਦੀ ਮੌਤ ਦਾ ਕਾਰਨ ਵੀ ਪੁਲਿਸ ਤਸ਼ੱਦਦ ਮੰਨਿਆ ਜਾ ਰਿਹਾ, ਕੀ ਇਹ ਸੱਚ ਹੈ? ਬਿਲਕੁਲ ਸੱਚ ਹੈ ਜੀ, ਬਿਲਕੁਲ ਸੱਚ ਹੈ, ਸੂਰਜ ਵਰਗਾ ਸੱਚ ਹੈ। ਅਸੀਂ ਉਦੋਂ ਨਾਲ ਸਾਂ ਗਿਆਨੀ ਜੀ ਦੇ, ਇੱਕ ਪ੍ਰੋਗਰਾਮ 'ਤੇ ਜਾਣਾ ਸੀ। ਅਸੀਂ 3 ਸਿੰਘ, ਉਦੋਂ ਨਿਰਮਲ ਸਿੰਘ ਮਹੋਲੀ ਕਲਾਂ ਢਾਡੀ, ਦਾਸ ਢਾਡੀ, ਚਮਕੌਰ ਸਿੰਘ ਜਲਾਲਾਬਾਦੀ ਸਰੰਗੀ ਮਾਸਟਰ, ਇਹ ਸਾਡਾ ਜਥਾ ਸੀ। ਬੇਪਰਵਾਹ ਜੀ ਸਾਡੇ ਕਮਾਂਡਰ ਸਨ ਜਥੇ ਦੇ। ਅਸੀਂ ਦਿੱਤੇ ਪ੍ਰੋਗਰਾਮ 'ਤੇ, ਦਿੱਤੇ ਐਡਰੈਸ 'ਤੇ ਪਹੁੰਚ ਗਏ। ਬੇਪਰਵਾਹ ਜੀ ਨਾ ਆਏ। ਅਸੀਂ ਜਿਹੋ ਜਿਹਾ ਵੀ ਸਰਿਆ ਬਣਿਆ, ਮੈਂ 4 ਗੱਲਾਂ ਕਰਕੇ ਪ੍ਰੋਗਰਾਮ ਨਿਭਾਇਆ। ਉੱਥੋਂ ਅਸੀਂ ਫਿਰ ਪੜਤਾਲ ਕਰਨ ਵਾਸਤੇ ਪਿੰਡ ਪਹੁੰਚੇ ਵੀ ਕੀ ਕਾਰਨ। ਗਿਆਨੀ ਜੀ ਸਿਹਤ ਠੀਕ ਆ, ਪਰ ਪਰਿਵਾਰ ਵਾਲਿਆਂ ਨੇ ਦੱਸਿਆ ਵੀ ਉਹਨਾਂ ਨੂੰ ਤਾਂ ਰਾਤ ਪੁਲਿਸ ਚੁੱਕ ਕੇ ਲੈ ਗਈ। ਕਈ ਦਿਨ ਉਹਨਾਂ ਦਾ ਪਤਾ ਨਾ ਲੱਗਿਆ ਵੀ ਕਿੱਥੇ ਆ। ਚਲੋ ਉਹਨਾਂ ਦੇ ਰਿਲੇਸ਼ਨ ਸਨ ਵਧੀਆ ਬੰਦਿਆਂ ਦੇ ਨਾਲ, ਉਹਨਾਂ ਨੇ ਆਪਣੇ ਸੋਰਸ ਦੇ ਨਾਲ, ਆਪਣੇ ਸਾਧਨਾਂ ਦੇ ਨਾਲ ਪਤਾ ਕੀਤਾ। ਗਿਆਨੀ ਜੀ ਨੂੰ ਲੁਧਿਆਣੇ CI ਸਟਾਫ ਦੇ ਵਿੱਚੋਂ, ਇੰਟੈਰੋਗੇਸ਼ਨ ਸੈਂਟਰ ਦੇ ਵਿੱਚੋਂ ਉਹਨਾਂ ਨੂੰ ਲੈ ਆਏ। ਗਿਆਨੀ ਜੀ ਘਰ 'ਤੇ ਆ ਗਏ, ਲੇਕਿਨ ਪਹਿਲਾਂ ਵਰਗੇ ਮੁੜ ਕਦੇ ਵੀ ਨਹੀਂ ਹੋਏ। ਉਹਨਾਂ ਦਾ ਬ੍ਰੇਨ ਕੰਮ ਛੱਡ ਗਿਆ। ਗੱਲ ਕੁਝ ਹੋਰ ਗੱਲ ਕਰਦੇ ਕਰਦੇ ਭੁੱਲ ਜਾਂਦੇ ਸਨ। ਬਸ ਉਸ ਤੋਂ ਬਾਅਦ ਉਹ ਐਸਾ ਮੰਨ ਲਓ ਵੀ ਉਹਨਾਂ ਨੂੰ ਸਦਮਾ ਲੱਗ ਗਿਆ ਜਾਂ ਕੀ ਹੋਇਆ, ਜਾਂ ਨਮੋਸ਼ੀ ਮੰਨ ਗਏ। ਮੁੜ ਕੇ ਉਹ ਪਹਿਲਾਂ ਵਰਗੇ ਕਦੇ ਵੀ ਨਹੀਂ ਹੋਏ। ਸੱਚਮੁੱਚ ਤੁਹਾਡੀ ਗੱਲ ਜਿਹੜੀ ਬਈ ਉਹਨਾਂ ਦੀ ਮੌਤ ਦਾ ਕਾਰਨ ਪੁਲਿਸ ਦਾ ਤਸ਼ੱਦਦ ਬਣਿਆ।
ਗਿਆਨੀ ਜੀ, ਵੇਪਰਵਾ ਸਾਹਿਬ ਦੇ ਜਾਣ ਤੋਂ ਬਾਅਦ, ਉਹਨਾਂ ਦੀ ਮੌਤ ਤੋਂ ਬਾਅਦ, ਤੁਸੀਂ ਉਹਨਾਂ ਦੇ ਸ਼ਾਗਿਰਦ ਗਿਆਨੀ ਤਰਲੋਚਨ ਸਿੰਘ ਭਮੱਦੀ ਜੀ ਦੇ ਨਾਲ ਬਹੁਤ ਲੰਬਾ ਸਮਾਂ ਗਾਇਆ ਅਤੇ ਤੁਹਾਡੇ ਜੱਥੇ ਦੀ ਸੰਗਤ ਵਿੱਚ ਇੱਕ ਖਾਸ ਪਹਿਚਾਣ ਬਣ ਗਈ। ਉਸ ਜੱਥੇ ਵਿੱਚ ਤੁਸੀਂ ਕਿਹੜੇ ਸੰਨ ਵਿੱਚ ਆਏ ਅਤੇ ਤੁਸੀਂ ਉਸ ਜੱਥੇ ਵਿੱਚੋਂ ਕੀ ਕੁਝ ਪ੍ਰਾਪਤ ਕੀਤਾ? ਤੁਸੀਂ ਉਸ ਜੱਥੇ ਦੇ ਨਾਲ ਜੁੜੀਆਂ ਹੋਈਆਂ ਯਾਦਾਂ ਜਿਹਦੇ ਵਿੱਚ ਸੰਗਤ ਵੱਲੋਂ ਤੁਹਾਨੂੰ ਕੋਈ ਖਾਸ ਮਾਣ ਮਿਲਿਆ ਹੋਵੇ, ਜਿਹੜੀ ਕੋਈ ਇਹੋ ਜਿਹੀ ਘਟਨਾ ਜਿਹੜੀ ਤੁਸੀਂ ਭੁਲਾ ਨਾ ਸਕਦੇ ਹੋ? ਗਿਆਨੀ ਤਰਲੋਚਨ ਸਿੰਘ ਜੀ ਭਮੱਦੀ ਸਾਹਿਬ, ਉਹਨਾਂ ਦਾ ਤੁਸੀਂ ਜ਼ਿਕਰ ਛੋਹਿਆ। ਗਿਆਨੀ ਸੁਦਾਗਰ ਸਿੰਘ ਬੇਪਰਵਾਹ ਜੀ ਦੀ ਮੌਤ ਤੋਂ ਬਾਅਦ ਮੈਂ ਗਿਆਨੀ ਤਰਲੋਚਨ ਸਿੰਘ ਜੀ ਭਮੱਦੀ ਸਾਹਿਬ ਉਹਨਾਂ ਦੇ ਜਥੇ ਵਿੱਚ ਸ਼ਾਮਲ ਹੋਇਆ। ਤੁਹਾਡਾ ਸਵਾਲ ਆ ਬਈ ਕਿਹੜਾ ਪਲ? ਭਮੱਦੀ ਸਾਹਿਬ ਨਾਲ ਬਿਤਾਇਆ ਹੋਇਆ ਹਰ ਪਲ ਮੇਰੇ ਲਈ ਇੱਕ ਯਾਦਗਾਰੀ ਬਣਿਆ। ਉਹਨਾਂ ਦੇ ਨਾਲ ਰਹਿ ਕੇ ਭਾਵੇਂ ਬੇਪਰਵਾਹ ਜੀ ਦੇ ਨਾਲ ਬੜੀ ਪਹਿਚਾਣ ਬਣੀ, ਬੜਾ ਮਾਣ ਪ੍ਰਾਪਤ ਹੋਇਆ, ਲੇਕਿਨ ਗਿਆਨੀ ਤਰਲੋਚਨ ਸਿੰਘ ਜੀ ਭਮੱਦੀ ਸਾਹਿਬ ਉਹਨਾਂ ਦੇ ਜਥੇ ਵਿੱਚ ਰਹਿ ਕੇ ਹੋਰ ਵੀ ਬਹੁਤ ਮਾਣ ਸਨਮਾਨ ਪ੍ਰਾਪਤ ਹੋਏ ਨੇ। ਦਰਅਸਲ ਭਮੱਦੀ ਸਾਹਿਬ ਐਸੇ ਇਨਸਾਨ ਨੇ, ਉਹਨਾਂ ਦੇ ਨਾਲ ਰਹਿੰਦਿਆਂ, ਹਾਲਾਂਕਿ ਮੈਂ ਉਦੋਂ 35 ਸਾਲ ਦੇ ਨੇੜੇ ਹੋਵਾਂਗਾ, ਪਹਿਲਾਂ ਬੜੇ ਵਧੀਆ ਪ੍ਰਚਾਰਕਾਂ ਦੇ ਨਾਲ ਰਿਹਾ, ਪਰ ਅਸਲ 'ਚ ਉਹਨਾਂ ਦੇ ਨਾਲ ਰਹਿ ਕੇ ਮੈਨੂੰ ਜੀਵਨ ਜਾਂਚ ਕੀ ਹੁੰਦੀ ਹੈ, ਵਿਚਰਨਾ ਕਿਵੇਂ ਆ, ਜੀਵਨ ਕਿਵੇਂ ਜਿਉਣਾ, ਭਮੱਦੀ ਸਾਹਿਬ ਦੇ ਜਥੇ ਵਿੱਚ ਮੈਂ ਬਹੁਤ ਕੁਝ ਪ੍ਰਾਪਤ ਕੀਤਾ। ਗਿਆਨੀ ਤਰਲੋਚਨ ਸਿੰਘ ਭਮੱਦੀ ਹੋਰਾਂ ਦੇ ਜਥੇ ਵਿੱਚ ਗਿਆਨੀ ਦਰਸ਼ਨ ਸਿੰਘ ਬੱਲ, ਤੁਸੀਂ ਅਤੇ ਸਰੰਗੀ ਵਾਦਕ ਚਮਕੌਰ ਸਿੰਘ ਜਲਾਲਾਬਾਦੀ ਜੀ, ਇਹ ਤੁਹਾਡਾ ਜਿਹੜਾ ਸੈੱਟ ਸੀ ਬੜਾ, ਜਿਵੇਂ ਕਹਿ ਸਕਦੇ ਹਾਂ, ਮਕਬੂਲ ਸੈੱਟ ਸੀ। ਸੰਗਤ ਤੁਹਾਨੂੰ ਪਿਆਰ ਕਰਦੀ ਸੀ ਅਤੇ ਔਰ ਤੁਸੀਂ ਸੰਗਤ ਦੀਆਂ ਆਸਾਂ ਉਮੀਦਾਂ 'ਤੇ ਖਰੇ ਉਤਰਦੇ ਸੀ। ਜਿਵੇਂ ਅਸੀਂ ਗੱਲ ਕਰਦੇ ਹਾਂ, ਬੇਸ਼ੱਕ ਮਾਝਾ, ਮਾਲਵਾ, ਦੁਆਬਾ, ਤਿੰਨੇ ਹੀ ਖੇਤਰਾਂ ਦੀ ਗਾਇਕੀ ਵਿੱਚ ਥੋੜ੍ਹਾ ਬਹੁਤ ਅੰਤਰ ਹੈ ਅਤੇ ਸਾਰੇ ਹੀ ਇਲਾਕਿਆਂ ਦੇ ਜੱਥੇ ਆਪੋ ਆਪਣੀ ਥਾਂ ਪੂਰੇ ਵਧੀਆ ਨੇ, ਪਰਫੈਕਟ ਨੇ, ਪਰ ਮਾਲਵੇ ਦੇ ਜਿਹੜੇ ਜੱਥੇ ਨੇ, ਦੁਆਬੇ ਅਤੇ ਮਾਝੇ ਦੀਆਂ ਸੰਗਤਾਂ ਵੀ ਉਹਨਾਂ ਨੂੰ ਪਿਆਰ ਦਿੰਦੀਆਂ ਨੇ। ਯਾਨੀ ਖ਼ਾਸ ਤੌਰ 'ਤੇ ਇੱਕ ਸਮਾਂ ਸੀ ਜਦੋਂ ਗਿਆਨੀ ਬਲਦੇਵ ਸਿੰਘ ਬਿੱਲੂ ਜੀ ਅਤੇ ਦਰਸ਼ਨ ਸਿੰਘ ਭਿੰਡਰ ਸਾਹਿਬ ਨਾਲ ਬੂਟਾ ਸਿੰਘ ਬਿਲਾਸਪੁਰੀ ਜਾਂ ਜੌਲ ਸਾਹਿਬ, ਗਿਆਨੀ ਬਲਵੀਰ ਸਿੰਘ ਜੌਲ ਜੀ, ਇਹਨਾਂ ਦਾ ਜੱਥਾ ਜਦੋਂ ਗਿਆਨੀ ਇੰਦਰਜੀਤ ਸਿੰਘ ਅਣਖੀ ਦੇ ਨਾਲੇ ਹੁੰਦੇ ਸਨ ਅਤੇ ਇਹਨਾਂ ਦੀ ਵੀ ਇੱਕ ਵੱਖਰੀ ਪਛਾਣ ਸੀ। ਇਸ ਜੋੜੀ ਤੋਂ ਬਾਅਦ ਜੇ ਕੋਈ ਹੋਰ ਜੋੜੀ ਮਾਲਵੇ ਦੀ ਮਕਬੂਲ ਹੋਈ ਅਤੇ ਉਹ ਗਿਆਨੀ ਦਰਸ਼ਨ ਸਿੰਘ ਬੱਲ ਅਤੇ ਗਿਆਨੀ ਸੁਖ ਨਿਰੰਜਨ ਸਿੰਘ ਸੁਮਨ ਹੋਰੀ ਨਾਲ ਜਲਾਲਾਬਾਦੀ ਸਾਹਿਬ ਦੀ ਸਰੰਗੀ। ਅਤੇ ਤੁਸੀਂ ਇਸ ਜਥੇ ਵਿੱਚ, ਇਸ ਸੈੱਟ ਵਿੱਚ ਰਹਿ ਕੇ ਕੀ ਗਾਇਆ ਕੇ ਕੀ ਮਹਿਸੂਸ ਕਰਦੇ ਰਹੇ ਹੋ ਜਦੋਂ ਤੁਸੀਂ ਸਟੇਜ 'ਤੇ ਜਾਂਦੇ ਸੀ ਜਾਂ ਸਟੇਜ ਤੋਂ ਉਤਰਦੇ ਸੀ? ਜੋ ਕੁਝ ਸਟੇਜ 'ਤੇ ਜਾਣ ਤੋਂ ਪਹਿਲਾਂ ਵਲਵਲੇ ਹੁੰਦੇ ਸਨ, ਕੀ ਸਟੇਜ ਤੋਂ ਉਤਰਨ ਤੋਂ ਬਾਅਦ ਤੁਸੀਂ ਉਹ ਜਿਹੜੇ ਵਲਵਲੇ ਤੁਹਾਡੇ ਪੂਰੇ ਹੋ ਜਾਂਦੇ ਸਨ, ਖੁਸ਼ੀ ਜਿਹੜੀ ਸਟੇਜ 'ਤੇ ਚੜ੍ਹਨ ਵੇਲੇ ਹੁੰਦੀ ਸੀ ਉਸੇ ਤਰ੍ਹਾਂ ਰਹਿੰਦੀ ਸੀ ਜਾਂ ਵੱਧ ਜਾਂਦੀ ਸੀ ਜਾਂ ਘਟ ਜਾਂਦੀ ਸੀ? ਬਹੁਤ ਲੰਮਾ ਸਮਾਂ ਗਾਇਆ ਭਮੱਦੀ ਸਾਹਿਬ ਤੋਂ ਪਹਿਲਾਂ, ਅਤੇ ਬਹੁਤ ਸਾਰੇ ਢਾਡੀਆਂ ਨਾਲ ਗਾਇਆ। ਜਿਨ੍ਹਾਂ ਦੇ ਨਾਲ ਗਾਇਆ ਮੇਰੇ ਨਾਲੋਂ ਸਾਰੇ ਹੀ ਵਧੀਆ ਸਨ। ਪਰ ਤੁਹਾਡਾ ਸਵਾਲ ਗਿਆਨੀ ਦਰਸ਼ਨ ਸਿੰਘ ਬੱਲ ਦਾ, ਦਰਸ਼ਨ ਸਿੰਘ ਬੱਲ ਦੇ ਨਾਲ ਗਾ ਕੇ ਇੱਕ ਸਕੂਨ ਜਿਹਾ ਪ੍ਰਾਪਤ ਹੁੰਦਾ ਹੈ। ਬੱਲ ਸਾਹਿਬ ਨਾਲ ਗਾ ਕੇ ਚਮਕੌਰ ਸਿੰਘ ਦੀ ਸਰੰਗੀ ਇੱਕ ਵੱਖਰਾ ਜਿਹਾ ਆਨੰਦ ਨਹੀਂ, ਦਿਲੀ ਆਨੰਦ, ਜਿਹਨੂੰ ਇਉਂ ਕਹਿ ਲਈਏ ਇੱਕ ਨਸ਼ਾ ਜਿਹਾ ਚੜ੍ਹਦਾ ਹੁੰਦਾ, ਉਹ ਜਾਣੀ ਉਸ ਗਾਇਕੀ ਵਿੱਚੋਂ। ਉਹਦਾ ਕਾਰਨ ਇਹ ਸੀ, ਸੁਣਿਓ, ਉਹਦਾ ਕਾਰਨ ਇਹ ਸੀ ਵੀ ਗਾਇਕੀ ਸੀ ਪਰੰਪਰਾਗਤ ਗਾਇਕੀ, ਜਿਹਨੂੰ ਪੁਰਾਤਨ ਸ਼ੈਲੀ ਕਹਿੰਦੇ ਆ। ਉਹਨੂੰ ਬਹੁਤ ਸਾਰੇ ਬੰਦੇ ਤਾਂ ਢਾਡੀ ਰਾਗ ਕਹਿੰਦੇ ਆ। ਢਾਡੀ ਰਾਗ ਕੋਈ ਸ਼ਬਦ ਨਹੀਂ ਹੈਗਾ, ਰਾਗਾਂ ਦੇ ਹੋਰ ਬਹੁਤ ਸਾਰੇ ਨਾਂ ਨੇ, ਢਾਡੀ ਰਾਗ ਆਪਣੇ ਆਪ 'ਚ ਕੋਈ ਸ਼ਬਦ ਨਹੀਂ ਹੈ। ਮੈਂ ਉਹਨੂੰ ਪੁਰਾਤਨ ਸ਼ੈਲੀਆਂ ਕਹਿੰਦਾ ਹੁੰਦਾ। ਉਹਦੇ ਵਿੱਚ ਵੱਖ-ਵੱਖ ਨਾਂ ਹੋ ਸਕਦੇ ਨੇ, ਮੈਂ ਨਾਂ ਨਹੀਂ ਲੈਣੇ, ਲੇਕਿਨ ਅੱਜ ਵੀ ਉਸ ਗਾਇਕੀ ਨੂੰ ਲੋਕ ਜਿਹੜੇ ਢਾਡੀ ਨੇ, ਨੌਜਵਾਨ ਗਾਉਂਦੇ ਨੇ। ਅੱਜ ਵੀ ਬਹੁਤ ਵਧੀਆ ਸੁਰ ਵਾਲੇ ਨੌਜਵਾਨ ਨੇ ਢਾਡੀ। ਪਰ ਅੱਜ ਜਿਹੜੀ ਪਰੰਪਰਾਗਤ ਗਾਇਕੀ ਆ ਨਾ, ਉਹਨੂੰ ਨਵੀਨਤਾ ਦੇ ਨਾਂ 'ਤੇ ਉਹਨੂੰ ਵਿਗਾੜਿਆ ਜਾ ਰਿਹਾ। ਸੱਚੀ ਗੱਲ ਇਹ ਆ, ਕਿਸੇ ਨੂੰ ਮੇਰੀ ਗੱਲ ਸ਼ਾਇਦ ਬੁਰੀ ਵੀ ਲੱਗ ਜਾਏ, ਪਰ ਉਹ ਸਾਡੀ ਮਕਬੂਲੀਅਤ ਦਾ ਕਾਰਨ ਇਹ ਸੀ ਵੀ ਇੱਕ ਤਾਂ ਸਾਨੂੰ ਸ਼ਬਦਾਂ ਦੀ ਪਹਿਚਾਣ ਸੀ। ਲਫ਼ਜ਼ ਅੱਜ ਇੱਕ ਲਫ਼ਜ਼, ਇੱਕ ਤਲਫ਼ਜ਼, ਜਿੰਨਾ ਚਿਰ ਤੁਹਾਨੂੰ ਲਫ਼ਜ਼ ਦੀ ਪਹਿਚਾਣ ਨਹੀਂ ਨਾ,
ਉਹਨਾਂ ਚਿਰ ਤੁਹਾਡਾ ਸੁਰ ਲਾਇਆ। ਕਈ ਵਾਰ ਕੀ ਹੁੰਦਾ ਵੀ ਬੰਦਾ ਬਹੁਤ ਕਮਾਲ ਦਾ ਸੁਰ ਲਾਉਂਦਾ, ਲੇਕਿਨ ਜੇ ਉਹਦੇ ਉਚਾਰਨ 'ਚ ਅੰਤਰ ਹੋਵੇ, ਉਚਾਰਨ 'ਚ ਫਰਕ ਹੋਵੇ, ਕਿਸੇ ਨੂੰ ਸ਼ਾਇਦ ਵਧੀਆ ਲੱਗ ਸਕਦਾ, ਮੈਨੂੰ ਉਹਦਾ ਉਚਾਰਨ ਗਲਤ ਕੀਤਾ ਹੋਇਆ ਉਹ ਸੁਰ ਦਾ ਵੀ ਆਨੰਦ ਨੂੰ ਗਾਇਬ ਕਰ ਦਿੰਦਾ। ਅਤੇ ਬਸ ਇਹੋ ਕਾਰਨ ਸੀ ਜਿਹਦੇ 'ਚੋਂ ਸੰਗਤਾਂ ਨੇ ਆਨੰਦ ਪ੍ਰਾਪਤ ਕੀਤਾ ਅਤੇ ਸੰਗਤਾਂ ਨੇ ਸਾਨੂੰ ਢੇਰ ਸਾਰਾ ਮਾਣ ਬਖਸ਼ਿਸ਼ ਕੀਤਾ। ਬਈ ਉਸ ਪਰੰਪਰਾਗਤ ਗਾਇਕੀ ਨੂੰ ਅਸੀਂ ਬਰਕਰਾਰ ਰੱਖਣ ਦਾ ਯਤਨ ਕੀਤਾ। ਪਰ ਇਸ ਤੋਂ ਇਲਾਵਾ ਤੁਹਾਡੇ ਜੱਥੇ ਉੱਪਰ ਇੱਕ ਕੁਝ ਲੋਕ ਇਹ ਵੀ ਦੋਸ਼ ਲਾਉਂਦੇ ਨੇ ਕਿ ਭਮੱਦੀ ਸਾਹਿਬ ਦੇ ਜੱਥੇ ਨੇ, ਸੁਮਨ ਸਾਹਿਬ ਨੇ, ਬਲ ਸਾਹਿਬ ਨੇ ਤਰਜ਼ਾਂ ਬੜੀਆਂ ਗਾਈਆਂ। ਬੇਸ਼ੱਕ ਜਦੋਂ ਅਸੀਂ ਧਿਆਨ ਨਾਲ ਸੁਣਾਂਗੇ ਤੇ ਨਵੀਨ ਤਰਜ਼ਾਂ ਵੀ ਤੁਸੀਂ ਕਮਾਲ ਦੀਆਂ ਗਾਈਆਂ, ਕਿਸੇ ਤਰਜ਼ ਨੂੰ ਸ਼ਬਦਾਂ ਉੱਪਰ ਕਵਿਤਾ ਉੱਪਰ ਹਾਵੀ ਨਹੀਂ ਹੋਣ ਦਿੱਤਾ। ਇਹ ਵੀ ਤੁਹਾਡੀ ਖਾਸੀਅਤ ਰਹੀ। ਅਤੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਸੰਬੰਧ ਵਿੱਚ, ਜਿਹੜੀਆਂ ਨਵੀਨ ਤਰਜ਼ਾਂ ਗਾਈਆਂ ਜਾਂਦੀਆਂ ਨੇ, ਕੀ ਇਹਨਾਂ ਨੂੰ ਗਾਉਣਾ ਕੋਈ ਗੁਨਾਹ? ਜਿਹੜੀ ਮੈਂ ਪਰੰਪਰਾਗਤ ਗਾਇਕੀ ਕਹਿਣਾ ਉਹ ਆ ਜਿਹੜੀ ਸਾਤੋਂ ਪ੍ਰਣਾਮ ਉਹਨਾਂ ਬਜ਼ੁਰਗਾਂ ਨੂੰ ਸਾਤੋਂ 100 ਸਾਲ 80 ਸਾਲ ਪਹਿਲਾਂ ਉਹਨਾਂ ਨੇ ਗਾ ਦਿੱਤਾ। ਤੁਹਾਡਾ ਸਵਾਲ ਹੈ ਤਰਜ਼ ਦਾ। ਅੱਜ ਤੋਂ 100 ਸਾਲ ਜਾਂ 80 ਸਾਲ ਜਾਂ 60 ਸਾਲ ਪਹਿਲਾਂ ਕੋਈ ਬੰਦਿਸ਼ ਗਾਈ ਗਈ, ਜਦੋਂ ਅਸੀਂ ਉਸ ਬੰਦਿਸ਼ ਨੂੰ ਅੱਜ ਗਾਉਂਦੇ ਹਾਂ ਅਤੇ ਸਰੋਤਾ ਕਹਿੰਦਾ ਵੀ ਕਮਾਲ ਕਰ ਦਿੱਤੇ। ਕੀ ਉਹ ਤਰਜ਼ਾਂ ਨਹੀਂ? ਮੈਂ ਨਾਂ ਲੈਣਾ ਨਹੀਂ ਸੀ ਚਾਹੁੰਦਾ। ਸਾਡੇ ਢਾਡੀ ਕਹਿੰਦੇ ਨੇ ਵੀ ਮੈਂ ਮਿਰਜ਼ਾ ਗਾਇਆ। ਢਾਡੀ ਦਾ ਮਿਰਜ਼ੇ ਨਾਲ ਕੀ ਲੈਣ ਦੇਣਾ? ਅੱਜ ਤੋਂ ਪੁਰਾਤਨ ਸਮੇਂ ਵਿੱਚ ਢਾਡੀਆਂ ਨੇ ਮਿਰਜ਼ੇ ਦੀ ਕਵਿਤਾ ਗਾ ਦਿੱਤੀ, ਮਿਰਜ਼ੇ ਦੀ ਕਵਿਤਾ ਗਾ ਦਿੱਤੀ, ਅਤੇ ਅਸੀਂ ਉਸ ਤਰਜ਼ ਨੂੰ ਲੈ ਕੇ ਇਤਿਹਾਸ ਵਿੱਚੋਂ ਉਹਨੂੰ ਕਿਤੇ ਫਿੱਟ ਕਰ ਦਿੱਤਾ। ਹੁਣ ਜੇ ਮਿਰਜ਼ੇ ਦਾ ਕਿਰਦਾਰ ਦੇਖੋਗੇ, ਅੱਜ ਦੇ ਲੋਕ ਇਹ ਕਹਿੰਦੇ ਨਾ ਤਰਜ਼ਾਂ ਅਸ਼ਲੀਲ ਨੇ, ਜੇ ਮਿਰਜ਼ੇ ਦਾ ਕਿਰਦਾਰ ਦੇਖੋਗੇ ਉਹਦੇ ਨਾਲੋਂ ਅਸ਼ਲੀਲ ਤਾਂ ਸ਼ਾਇਦ ਤੁਹਾਨੂੰ ਅੱਜ ਨਹੀਂ ਲੱਭ ਸਕਦਾ। ਇਸੇ ਤਰ੍ਹਾਂ ਹੀਰ ਹੈ, ਸੱਸੀ ਹੈ, ਬਹੁਤ ਸਾਰੇ ਢਾਡੀ ਅੱਜ ਵੀ ਇਹਨਾਂ ਤਰਜ਼ਾਂ ਦਾ ਸਟੇਜ 'ਤੇ ਬੜੇ ਮਾਣ ਨਾਲ ਨਾਂ ਲੈਂਦੇ ਨੇ ਵੀ ਮੇਰੇ ਸਾਥੀ ਹੁਣ ਸੱਸੀ ਗਾਉਣਗੇ, ਮੇਰੇ ਸਾਥੀ ਹੁਣ ਹੀਰ ਗਾਉਣਗੇ। ਮੈਨੂੰ ਇਹ ਗੱਲ ਜਾਚਕ ਸਾਹਿਬ ਜੱਚਦੀ ਨਹੀਂ। ਪੁਰਾਤਨ ਗਾਇਕੀ ਉਹਨੂੰ ਮੈਂ ਕੇਵਲ ਪਰੰਪਰਾਗਤ ਗਾਇਕੀ ਹੀ ਆਖਦਾ ਹਾਂ, ਗਾਇਕੀ ਹੀ ਹੈ। ਅਤੇ ਸਭ ਤੋਂ ਵੱਡੀ ਗੱਲ ਮਕਬੂਲੀਅਤ ਦੀ ਮੈਂ ਪਹਿਲਾਂ ਗੱਲ ਕਰ ਚੁੱਕਿਆ ਵੀ ਜਿੰਨਾ ਚਿਰ ਤੁਹਾਨੂੰ ਸ਼ਬਦਾਂ ਦੀ ਪਹਿਚਾਣ ਨਹੀਂ, ਤੁਹਾਡਾ ਉਚਾਰਨ ਸਹੀ ਨਹੀਂ ਹੈਗਾ। ਤੁਹਾਡਾ ਉਚਾਰਨ ਸਹੀ ਆ, ਬੇਸ਼ੱਕ ਇੱਕ ਕਵੀਸ਼ਰੀ ਵਾਂਗ ਗਾਉਂਦੇ ਹਾਂ ਅਸੀਂ, ਉਹਨੂੰ ਛੰਦ ਆਖਦੇ ਹਾਂ ਸਾਜ਼ਾਂ ਨਾਲ, ਅਤੇ ਮਕਬੂਲ ਤਾਂ ਉਹ ਵੀ ਹੋ ਜਾਂਦਾ। ਕੀ ਅਸੀਂ ਪੁਰਾਤਨ ਵੰਨਗੀਆਂ ਨੂੰ ਢਾਡੀ ਕਲਾ ਦਾ ਅੰਗ ਮੰਨ ਸਕਦੇ ਹਾਂ? ਅਜੋਕੇ ਦੌਰ ਵਿੱਚ ਪੁਰਾਤਨ ਵੰਨਗੀਆਂ ਸੱਚੀ ਢਾਡੀ ਕਲਾ ਦਾ ਦੌਰ ਹਨ, ਮੇਰਾ ਇਹ ਮੰਨਣਾ ਹੈ। ਲੇਕਿਨ ਅਸੀਂ ਵੇਖਣਾ ਬਈ ਗਾਉਣੇ ਵਾਲਾ ਜਿਹੜਾ ਢਾਡੀ ਆ ਉਹਨੂੰ ਸੁਰ 'ਚ ਗਾ ਰਿਹਾ, ਲੈ 'ਚ ਗਾ ਰਿਹਾ, ਉਹਦੇ ਸ਼ਬਦਾਂ ਦਾ ਉਚਾਰਨ ਠੀਕ ਹੈ। ਅਤੇ ਪੁਰਾਤਨ ਵੰਨਗੀਆਂ ਨੇ ਜਿਹੜੀਆਂ ਉਹਨਾਂ ਨੂੰ ਹੂ ਬਹੂ ਉਸੇ ਤਰ੍ਹਾਂ ਜਿਵੇਂ ਅਸੀਂ ਅੱਜ ਤੋਂ ਬਹੁਤ ਲੰਮਾ ਸਮਾਂ ਪਹਿਲਾਂ ਸਾਡੇ ਬਜ਼ੁਰਗ ਢਾਡੀਆਂ ਤੋਂ ਸੁਣਦੇ ਆਏ ਹਾਂ, ਜੇ ਉਸੇ ਤਰ੍ਹਾਂ ਹੀ ਗਾਇਆ ਜਾਏ ਤਾਂ ਸੋਨੇ 'ਤੇ ਸੁਹਾਗਾ ਹੈ। ਤੁਹਾਡੇ ਕਹਿਣ ਤੋਂ ਭਾਵ ਕਿ ਭਾਵੇਂ ਕੋਈ ਪੁਰਾਤਨ ਵੰਨਗੀ ਗਾ ਰਿਹਾ ਅਤੇ ਭਾਵੇਂ ਨਵੀਨ ਤਰਜ਼ ਗਾ ਰਿਹਾ, ਉਹ ਸੁਰ ਵਿੱਚ ਅਤੇ ਤਾਲ ਵਿੱਚ ਹੋਣਾ ਅਤ ਲਾਜ਼ਮੀ ਹੈ। ਅਤੇ ਇਸ ਤੋਂ ਇਲਾਵਾ ਗਿਆਨੀ ਜੀ ਕਈ ਵਾਰ ਸੁਰ ਬੜਾ ਉੱਚਾ ਹੁੰਦਾ, ਤਾਲ ਵਿੱਚ ਵੀ ਵਧੀਆ ਗਾਇਆ ਜਾ ਰਿਹਾ ਹੁੰਦਾ, ਪਰ ਸੰਗਤ ਨੂੰ ਕਿਸੇ ਗਾਈ ਜਾ ਰਹੀ ਵੰਨਗੀ ਦੀ ਸਮਝ ਨਹੀਂ ਆ ਰਹੀ ਹੁੰਦੀ ਸ਼ਬਦ ਕੀ ਨੇ। ਕਵਿਤਾ ਦੀ ਜਿਹੜੀ ਦਾ ਮੁਹਾਂਦਰਾ ਉਹ ਬਿਲਕੁਲ ਵਿਗੜ ਜਾਂਦਾ। ਕਵਿਤਾ ਦਾ ਕਿੱਡਾ ਕੁ ਰੋਲ ਹੈ ਸਟੇਜ ਦੀ ਬੰਦੇ ਦੀ ਪਰਫੋਰਮੈਂਸ ਵਿੱਚ? ਕਵਿਤਾ ਸ਼ਬਦ, ਤੁਹਾਡੀ ਗੱਲ ਦਾ ਮੈਂ ਜਵਾਬ ਦੇਣ ਤੋਂ ਪਹਿਲਾਂ ਜ਼ਿਕਰ ਕਰ ਲਵਾਂ, ਦਾਸ ਅਤੇ ਬਲ ਸਾਹਿਬ, ਭਮੱਦੀ ਸਾਹਿਬ ਨਾਲ ਲੰਮਾ ਸਮਾਂ ਵਿਚਰੇ ਹਾਂ। ਭਮੱਦੀ ਸਾਹਿਬ ਆਪ ਦੱਸਦੇ ਹੁੰਦੇ ਸੀ, ਕਹਿੰਦੇ ਵੀ ਜਦੋਂ ਕਦੇ ਦੁਆਬੇ ਜਾਂ ਮਾਝੇ 'ਚ ਜਾਣਾ, ਕਿਉਂਕਿ ਫੋਨ 'ਤੇ ਉਹਨਾਂ ਨੂੰ ਹੀ ਆਉਣੇ ਨਾ, ਫੋਨ ਕਰਕੇ ਸਰੋਤਿਆਂ ਨੇ ਜ਼ਿਕਰ ਕਰਨਾ ਇਸ ਗੱਲ ਦਾ ਖਾਸ ਵੀ ਭਮੱਦੀ ਸਾਹਿਬ ਜਿਵੇਂ ਤੁਹਾਡੇ ਲੈਕਚਰ ਦਾ ਅੱਖਰ ਅੱਖਰ ਸਮਝ ਆਉਂਦਾ ਵੀ ਤੁਹਾਡੇ ਜਥੇ 'ਚ ਇੱਕ ਇਹ ਪਲੱਸ ਪੁਆਇੰਟ ਹੈ ਵੀ ਤੁਹਾਡੇ
ਢਾਡੀ ਗਾਇਕ ਨੇ ਜਿਹੜੇ ਢਾਡੀ ਗਾਉਣੇ ਵਾਲੇ, ਉਹ ਜਦੋਂ ਗਾਉਂਦੇ ਨੇ, ਭਾਵੇਂ ਪੁਰਾਤਨ ਵੰਨਗੀ ਹੋਵੇ ਭਾਵੇਂ ਕੋਈ ਨਵੀਨ ਤਰਜ ਹੋਵੇ, ਉਹਨਾਂ ਦਾ ਅੱਖਰ ਅੱਖਰ ਸਮਝ ਆਉਂਦਾ। ਅਤੇ ਬਸ ਮੇਰਾ ਅੱਖਰ 'ਤੇ ਸੁਰ 'ਤੇ ਜ਼ੋਰ ਹੈ। ਗਾਇਕੀ ਲੈਅ ਦੀ, ਗਾਇਕੀ ਸੁਰ ਦੀ ਅਤੇ ਗਾਇਕੀ ਸ਼ਬਦਾਂ ਦੇ ਉਚਾਰਨ ਦੀ। ਅਤੇ ਗਿਆਨੀ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਗਾਇਕੀ ਦੀ, ਕਵਿਤਾ ਦੀ, ਅਤੇ ਕਵਿਤਾ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ। ਜਿਹੜੇ ਚੰਗੇ ਕਵੀ ਨੇ, ਖਾਸ ਤੌਰ 'ਤੇ ਢਾਡੀ ਕਵੀਸ਼ਰ ਜਗਤ ਵਿੱਚ ਤੁਹਾਡੇ ਪਸੰਦੀਦਾ ਕਵੀ ਕਿਹੜੇ ਕਿਹੜੇ ਨੇ, ਉਹਨਾਂ ਦਾ ਜ਼ਿਕਰ ਜ਼ਰੂਰ ਕਰੋ। ਵੈਸੇ ਤਾਂ ਹੱਥ ਵਿੱਚ ਕਲਮ ਲੈ ਕੇ ਜਿਹੜਾ ਵੀ ਬੰਦਾ ਲਿਖਦਾ ਉਹ ਬਹੁਤ ਮਹਾਨ ਹੈ, ਅਤੇ ਹਰ ਬੰਦਾ ਵਧੀਆ ਲਿਖਣ ਦਾ ਹੀ ਯਤਨ ਕਰਦਾ। ਕਿਉਂਕਿ ਜੇ ਤੁਸੀਂ ਕਿਸੇ ਕਵੀ ਨੂੰ ਇਹ ਗੱਲ ਕਹੋ ਵੀ ਤੇਰੀ ਕਵਿਤਾ ਹਲਕੀ ਆ, ਉਹਨੂੰ ਇਉਂ ਜਾਪੇਗਾ ਵੀ ਜਿਵੇਂ ਇਸ ਬੰਦੇ ਨੇ ਮੈਨੂੰ ਗਾਲ ਕੱਢ ਦਿੱਤੀ ਹੋਵੇ। ਸਾਰੇ ਕਵੀ ਮਹਾਨ ਨੇ, ਪਰ ਤੁਹਾਡਾ ਸਵਾਲ ਹੈ ਮੇਰੇ ਲਈ ਕਿ ਤੁਹਾਡੇ ਪਸੰਦੀਦਾ ਕਵੀ ਕੌਣ ਹੈ। ਪ੍ਰਣਾਮ ਕਰਦਾ ਨਾਂ ਲੈਣ ਤੋਂ ਪਹਿਲਾਂ। ਮੇਰੀ ਪਸੰਦ ਵਿੱਚ ਸਭ ਤੋਂ ਪਹਿਲਾ ਨਾਂ ਕਵੀਸ਼ਰੀ ਜਗਤ ਵਿੱਚ ਬਾਬਾ ਬੋੜ ਸ਼ਬਦ ਕਹਿ ਲਾਂ, ਉਹਨੂੰ ਸਾਰੇ ਕਵੀਸ਼ਰ ਅਤੇ ਢਾਡੀ ਬਾਪੂ ਸ਼ਬਦ ਦੇ ਨਾਲ ਮੁਖਾਤਬ ਹੁੰਦੇ ਨੇ। ਬਾਪੂ ਕਰਨੈਲ ਸਿੰਘ ਜੀ ਪਾਰਸ, ਉਹਨਾਂ ਦੀ ਰਚਨਾ ਬਸ ਮੈਨੂੰ ਇਉਂ ਲੱਗਦਾ ਜਿਵੇਂ ਇੱਕ ਸ਼ਬਦ ਸਾਡੇ ਪੰਜਾਬੀ ਮਾਲਵੇ ਦੀ ਅਖਾਣ ਹੈ ਵੀ ਮੱਕਿਓਂ ਪਰੇ ਉਜਾੜ। ਉਹਨਾਂ ਵਰਗਾ ਅੱਖਰ, ਉਹਨਾਂ ਵਰਗਾ ਗੁਫਤਾਰ ਅਤੇ ਛੰਦ ਦੀ ਰਫਤਾਰ ਮੈਨੂੰ ਕੋਈ ਨਜ਼ਰ ਨਹੀਂ ਆਈ। ਉਹਨਾਂ ਤੋਂ ਬਾਅਦ ਦੂਜੇ ਨੰਬਰ 'ਤੇ ਸਤਿਕਾਰਯੋਗ ਭਾਈ ਮੁਖਤਿਆਰ ਸਿੰਘ ਜੀ ਤੂਫਾਨ, ਬਹੁਤ ਕਮਾਲ ਦੀ ਰਚਨਾ ਉਹਨਾਂ ਦੀ। ਅਤੇ ਇਸ ਤਰ੍ਹਾਂ ਲਿਖਦੇ ਨੇ ਵੀ ਜਿਵੇਂ ਕਈ ਵਾਰ ਸਾਨੂੰ ਗਾਉਣ ਵਾਲਿਆਂ ਨੂੰ ਕੋਈ ਲਾਈਨ ਹੈ ਜਿਹੜੀ ਉਹ ਜਾਂ ਤਾਂ ਬਹੁਤ ਤੇਜ਼ੀ ਨਾਲ ਕਹਿਣੀ ਪੈਂਦੀ ਆ, ਸਾਡੇ ਗਾਇਕਾਂ ਵਿੱਚ ਉਹਨੂੰ ਭੱਜ ਕੇ ਕਹਿੰਦੇ ਨੇ ਵੀ ਭੱਜ ਕੇ ਕਹਿ ਲਿਆ ਸ਼ਬਦ, ਅਤੇ ਜਾਂ ਫਿਰ ਜੇ ਅੱਖਰ ਘੱਟ ਹੈ ਤਾਂ ਉਹਨੂੰ ਲਮਕਾ ਕੇ ਕਹਿਣਾ। ਤੂਫਾਨ ਸਾਹਿਬ ਦੀ ਰਚਨਾ, ਉਹਨਾਂ ਦੀ ਇਹ ਮਹਾਨਤਾ ਜਦੋਂ ਰਚਦੇ ਨੇ ਵੀ ਜਿਵੇਂ ਭੰਬੱਦੀ ਸਾਹਿਬ ਕਦੇ ਕਦੇ ਜ਼ਿਕਰ ਕਰਦੇ ਹੁੰਦੇ ਨੇ ਵੀ ਜਿਵੇਂ ਗਲੋਟਾ ਨਹੀਂ ਉੱਧੜਦਾ ਹੁੰਦਾ, ਤੂਫਾਨ ਸਾਹਿਬ ਦੀ ਕਵਿਤਾ ਐਸੀ ਉੱਧੜ। ਗਿਆਨੀ ਜੀ, ਤੁਸੀਂ ਜ਼ਿਕਰ ਕੀਤਾ ਹੈ ਪਾਰਸ ਜੀ ਅਤੇ ਤੂਫਾਨ ਸਾਹਿਬ ਦਾ। ਉਸ ਤੋਂ ਇਲਾਵਾ ਜਦੋਂ ਅਸੀਂ ਗੱਲ ਕਰਦੇ ਹਾਂ ਭੰਬੱਦੀ ਸਾਹਿਬ ਦੀ ਆਪਣੀ ਕਵਿਤਾ ਦੀ, ਕਿਉਂਕਿ ਉਹਨਾਂ ਨੇ ਬੜਾ ਮੈਟਰ ਲਿਖਿਆ। ਇੱਕ ਸਮਾਂ ਸੀ ਜਦੋਂ ਸੀਤਲ ਸਾਹਿਬ, ਉਹਨਾਂ ਤੋਂ ਬਾਅਦ ਪੰਛੀ ਜੀ, ਦਿਲਬਰ ਜੀ, ਇਹਨਾਂ ਪੁਰਾਤਨ ਢਾਡੀਆਂ ਦੀਆਂ ਕਵਿਤਾਵਾਂ ਗਾਉਣ ਨੂੰ ਜਿੱਥੇ ਪਹਿਲ ਦਿੰਦੇ ਸਨ, ਜਾਂ ਇਸ ਤੋਂ ਇਲਾਵਾ ਜਿਵੇਂ ਪਾਰਸ ਜੀ ਜਾਂ ਤੂਫਾਨ ਸਾਹਿਬ, ਉਹਨਾਂ ਦੀ ਕਵਿਤਾ ਗਾਈ ਜਾਂਦੀ ਸੀ। ਪਰ ਭੰਬੱਦੀ ਸਾਹਿਬ ਨੇ ਇੱਕ ਬਹੁਤ ਨਿੱਘਰ ਯੋਗਦਾਨ ਪਾਇਆ ਕਿ ਉਹਨਾਂ ਨੇ ਪ੍ਰਸੰਗ ਗਿਣਤੀ ਪੱਖੋਂ ਵੀ, ਗਿਣਾਤਮਕ ਅਤੇ ਗੁਣਾਤਮਕ ਦੋਨਾਂ ਪੱਖਾਂ ਤੋਂ ਲਿਖੇ ਨੇ। ਅਤੇ ਉਹਨਾਂ ਦੀ ਕਵਿਤਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਭੰਬੱਦੀ ਸਾਹਿਬ ਦੀ ਕਵਿਤਾ ਮੇਰੇ ਲਈ ਜਾਂ ਸਾਡੇ ਲਈ ਇੱਕ ਰੋਜ਼ੀ ਰੋਟੀ ਹੈ ਜੀ ਅੱਜ। ਅਤੇ ਲਿਖਣ ਪੱਖੋਂ ਜਿਵੇਂ ਮੈਂ ਪਹਿਲਾਂ ਪਾਰਸ ਜੀ ਦਾ ਜ਼ਿਕਰ ਕੀਤਾ, ਤੂਫਾਨ ਜੀ ਦਾ ਜ਼ਿਕਰ ਕੀਤਾ, ਅਤੇ ਗੱਲ ਵਿਚਾਲੇ ਰਹਿ ਗਈ ਸੀ। ਤੀਜੇ ਨੰਬਰ 'ਤੇ ਮੇਰੇ ਪੈਮਾਨੇ ਅਨੁਸਾਰ ਕਵਿਤਾ ਭੰਬੱਦੀ ਸਾਹਿਬ ਦੀ ਆ, ਬਹੁਤ ਕਮਾਲ ਦੀ। ਤੁਸੀਂ ਗਿਣਤੀ ਦਾ ਵੀ ਜ਼ਿਕਰ ਕੀਤਾ, ਭੰਬੱਦੀ ਸਾਹਿਬ ਦੀ ਕਵਿਤਾ ਦੀ ਕੁਆਲਿਟੀ ਬਹੁਤ ਕਮਾਲ ਦੀ ਹੈ। ਸ਼ਬਦ ਹਰ ਕਵਿਤਾ 'ਚ ਤੁਹਾਨੂੰ ਨਵੇਂ ਮਿਲਣਗੇ, ਅਤੇ ਉਹ ਪਹਿਲਾਂ ਆਪ ਗੁਣਗੁਣਾ ਕੇ ਤਰਜ਼ ਨੂੰ, ਕੋਈ ਪੁਰਾਤਨ ਲਿਖਣੀ ਜਾਂ ਉਹ ਆਪ ਪਹਿਲਾਂ ਉਹਨੂੰ ਗੁਣਗੁਣਾਉਂਦੇ ਨੇ। ਕਿਉਂਕਿ ਮੈਂ ਲੰਮਾ ਸਮਾਂ ਉਹਨਾਂ ਦੇ ਨਾਲ ਵਿਚਰਿਆ, ਉਹਨਾਂ ਦੇ ਲਿਖਣ ਦਾ ਢੰਗ ਹੈ। ਉਹਨਾਂ ਨੇ ਪਹਿਲਾਂ ਗੁਣਗੁਣਾ ਕੇ ਆਪਣੇ ਜ਼ਿਹਨ ਵਿੱਚ ਕਵਿਤਾ ਦੀਆਂ ਮਾਤਰਾ ਹੁੰਦੀਆਂ ਨੇ ਜੀ, ਉਹਨਾਂ ਦੀਆਂ ਗੁਣਗੁਣਾ ਕੇ ਜਿਹੜਾ ਬੰਦਾ ਗੁਣਗੁਣਾ ਲੈਂਦਾ ਉਹਦੇ ਲਈ ਕਦੇ ਵੀ ਮਾਤਰ ਇੱਧਰ ਉੱਧਰ ਨਹੀਂ ਹੋਵੇਗੀ। ਭੰਬੱਦੀ ਸਾਹਿਬ ਦੇ ਪ੍ਰਸੰਗਾਂ ਵਿੱਚ ਨਵੀਆਂ ਪੜਚੋਲਾਂ ਕੀਤੀਆਂ ਗਈਆਂ। ਉਹਨਾਂ ਨੇ ਜਿਵੇਂ ਤੁਸੀਂ ਜ਼ਿਕਰ ਕਰਕੇ ਹਟੇ ਹੋ, ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ। ਹੁਣ ਅਲੰਕਾਰ ਦੀਆਂ 2 ਪੁਸਤਕਾਂ, ਜੇ ਮੈਂ ਨਹੀਂ ਭੁੱਲਦਾ ਤਾਂ 200 ਤੋਂ ਜ਼ਿਆਦਾ ਅਲੰਕਾਰ ਦੀਆਂ ਕਵਿਤਾਵਾਂ। ਅਲੰਕਾਰ ਅਸੀਂ ਕਹਿੰਦੇ ਹਾਂ ਬਈ ਅਸੀਂ ਆਰੰਭਤਾ ਵੇਲੇ ਜਿਹੜੀ ਕਵਿਤਾ ਗਾਉਂਦੇ ਹਾਂ ਉਹ ਇੱਕ ਅਰਦਾਸ ਬੇਨਤੀ ਹੁੰਦੀ ਮਹਾਰਾਜ ਦੇ ਚਰਨਾਂ 'ਚ। ਉਹ ਕਵਿਤਾਵਾਂ ਦੋਨਾਂ ਪੁਸਤਕਾਂ ਦੇ ਵਿੱਚ ਸ਼ਾਇਦ 200 ਦੇ ਨੇੜੇ ਤੇੜ ਹੋਣ। ਇਹਦੇ ਲਈ ਸਾਰੇ ਢਾਡੀਆਂ ਨੂੰ
ਬਹੁਤ ਵੱਡਾ ਇੱਕ ਦੇਣ ਮਿਲ ਗਈ, ਬਹੁਤ ਵੱਡੀ ਦੇਣ ਹੈ। ਉਹਦਾ ਕਾਰਨ ਇਹ ਆ ਵੀ ਇਹਨਾਂ ਤੋਂ ਪਹਿਲਾਂ ਕਿਤਾਬਾਂ ਛਪਣ ਤੋਂ ਪਹਿਲਾਂ ਢਾਡੀ ਭੁਮੱਦੀ ਸਾਹਿਬ ਦੀ ਕਵਿਤਾ YouTube ਤੋਂ ਜਾਂ Facebook ਤੋਂ ਜਾਂ ਟੇਪਾਂ ਤੋਂ ਸੁਣ ਕੇ ਲਿਖਦੇ ਸਨ। ਆਪਣਾ ਵਾਰ-ਵਾਰ ਉੱਥੇ ਹੀ ਆ ਕੇ ਸੂਈ ਖੜ੍ਹਦੀ ਆ ਵੀ ਸ਼ਬਦਾਂ ਦੀ ਪਹਿਚਾਣ ਹਰ ਬੰਦੇ ਨੂੰ ਨਹੀਂ ਹੁੰਦੀ। ਉਹਦੇ ਕੰਨਾਂ ਨੇ ਜੋ ਅਸੈਪਟ ਕੀਤਾ ਉਹਨੇ ਲਿਖ ਦਿੱਤਾ। ਕਈ ਵਾਰੀ ਕਵਿਤਾ ਅਰਥ ਦੇ ਅਨਰਥ ਕਰ ਜਾਂਦੀ ਜੇ ਇੱਕ ਸ਼ਬਦ ਗਲਤ ਲਿਖਿਆ ਜਾਏ। ਇਸ ਕਰਕੇ ਭੁਮੱਦੀ ਸਾਹਿਬ, ਉਹਨਾਂ ਦੀ ਕਲਮ ਨੂੰ ਵੀ ਮੈਂ ਪ੍ਰਣਾਮ ਕਰਦਾ, ਬਹੁਤ ਕਮਾਲ ਦਾ ਲਿਖਦੇ ਨੇ ਜੀ। ਸੱਚਮੁੱਚ ਤੁਸੀਂ ਜ਼ਿਕਰ ਕੀਤਾ ਹੈ ਕਿ ਭੁਮੱਦੀ ਸਾਹਿਬ ਨੇ 2 ਕਿਤਾਬਾਂ, ਪਹਿਲੀ ਕਿਤਾਬ ਸ਼ਾਇਦ ਦਰ ਤੇਰੇ ਤੇ ਖੜੇ ਸਵਾਲੀ ਅਤੇ ਦੂਸਰੀ ਹੇ ਨਿਮਾਣਿਆਂ ਦੇ ਮਨ ਹੁਣੇ ਹੁਣੇ ਆਈ ਹੈ, ਇਹ ਢਾਡੀ ਜਗਤ ਦੀ ਝੋਲੀ ਵਿੱਚ ਪਾਈਆਂ ਨੇ। ਬੇਸ਼ੱਕ ਇੱਕ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਸਨ ਅਤੇ ਦੂਜੀ ਗੱਲ ਸਾਰੀਆਂ ਕਵਿਤਾ ਉਪਲਬਧ ਵੀ ਨਹੀਂ ਸਨ ਹੋ ਸਕਦੀਆਂ। ਉਹਨਾਂ ਨੇ 2 ਕਿਤਾਬਾਂ ਝੋਲੀ ਪਾਈਆਂ ਨੇ। ਖਾਸ ਤੌਰ 'ਤੇ ਜਿਹੜੇ ਜਥੇ ਵਿਦੇਸ਼ ਵਿੱਚ ਜਾਂਦੇ ਨੇ, ਹਰ ਰੋਜ਼ 6 ਮਹੀਨੇ ਇੱਕ ਜਗ੍ਹਾ ਇੱਕ ਸਟੇਜ 'ਤੇ ਗਾਉਣਾ ਅਤੇ ਲਗਭਗ 180 ਕਵਿਤਾ ਤਾਂ ਜੇ ਹਰ ਰੋਜ਼ ਇੱਕ ਗਾਈ ਜਾਏ ਚਾਹੀਦੀਆਂ ਨੇ। ਅਤੇ ਦੋਨੋਂ ਕਿਤਾਬਾਂ ਇਹ ਘਾਟ ਪੂਰੀ ਕਰਦੀਆਂ ਨੇ ਜੇ ਕੋਈ ਜੱਥਾ ਆਪ ਨਹੀਂ ਲਿਖਦਾ। ਅਤੇ ਜਿਹੜੇ ਜੱਥੇ ਆਪ ਲਿਖਦੇ ਨੇ ਉਹਨਾਂ ਨੂੰ ਮੁਬਾਰਕ ਹੈ। ਭੁਮੱਦੀ ਸਾਹਿਬ ਦਾ ਇਹ ਯੋਗਦਾਨ ਜਿਹੜਾ ਇਹ ਨਿਵੇਕਲਾ ਹੈ, ਕਿਉਂਕਿ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਕਿਤਾਬਾਂ ਪੁਰਾਤਨ ਢਾਡੀਆਂ ਦੀਆਂ ਔਰ ਨਵੀਨ ਜਿਹੜੇ ਮੌਜੂਦਾ ਦੌਰ ਦੇ ਢਾਡੀ ਨੇ ਉਹਨਾਂ ਦੀਆਂ ਛਪਦੀਆਂ ਰਹੀਆਂ ਨੇ, ਪਰ ਉਹਨਾਂ ਵਿੱਚ ਇਹ ਗੱਲ ਦੀ ਘਾਟ ਰਹੀ ਕਿ ਪ੍ਰਸੰਗ ਸਾਰਿਆਂ ਨੇ ਛਪਾਏ ਪਰ ਇਸ ਪੱਖ ਵੱਲ ਧਿਆਨ ਨਹੀਂ ਦਿੱਤਾ। ਅਲੰਕਾਰਾਂ ਦੀਆਂ ਜਿਹੜੀਆਂ ਕਿਤਾਬਾਂ ਨੇ ਉਹ ਭੁਮੱਦੀ ਸਾਹਿਬ ਦੇ ਹਿੱਸੇ ਆਈਆਂ ਨੇ ਛਪਾਉਣੀਆਂ। ਸੋ ਇਹ ਬੜਾ ਨਿੱਘਰ ਯੋਗਦਾਨ ਹੈ ਢਾਡੀ ਕਲਾ ਲਈ। ਜਦ ਅਸੀਂ ਗੱਲ ਕਰਦੇ ਹਾਂ ਗਿਆਨੀ ਜੀ, ਤੁਸੀਂ ਆਪਣਾ ਜਥਾ ਬਣਾਇਆ, ਆਪਣਾ ਜਥਾ ਬਣਾਉਣ ਦਾ ਭੁਮੱਦੀ ਸਾਹਿਬ ਦੇ ਜਥੇ ਤੋਂ ਅਲੱਗ ਹੋਣ ਦਾ ਕੀ ਕਾਰਨ ਸੀ? ਮੇਰਾ ਗਲਾ ਖਰਾਬ ਹੋ ਗਿਆ, ਆਵਾਜ਼, ਅਤੇ ਉਸੇ ਤਰ੍ਹਾਂ ਖਰਾਬ ਗਲੇ ਦੇ ਨਾਲ, ਕਿਉਂਕਿ ਜੇ ਤੁਹਾਡਾ ਸੁਰ ਨਹੀਂ ਲੱਗਦਾ, ਇੱਕ ਪੁਰਾਤਨ ਮੇਰੇ ਬਜ਼ੁਰਗ ਨੇ, ਰਾਗੀ ਨੇ, ਉਹ ਕਹਿੰਦੇ ਵੀ ਆਮ ਬੰਦਾ ਇੱਕ ਵਾਰ ਮਰਦਾ, ਪਰ ਸਟੇਜ 'ਤੇ ਖੜ੍ਹੇ ਕਲਾਕਾਰ ਦੀ ਮੌਤ ਉਦੋਂ ਹੁੰਦੀ ਹੈ ਜੀ ਜਦੋਂ ਉਹਦਾ ਸੁਰ ਨਹੀਂ ਲੱਗਦਾ, ਉਹਦਾ ਮਰਨ ਹੁੰਦਾ ਹੈ। ਇਸ ਕਰਕੇ ਅਸੀਂ ਖਰਾਬ ਗਲੇ ਦੇ ਵਿੱਚ ਵੀ ਸਾਲ 6 ਮਹੀਨੇ ਇਕੱਠਿਆਂ ਵਿਚਰੇ। ਲੇਕਿਨ ਫਿਰ ਅਸੀਂ ਚਾਰੇ ਸਿੰਘਾਂ ਨੇ ਬੈਠ ਕੇ ਇਹ ਫੈਸਲਾ ਕੀਤਾ, ਮੈਂ ਜਥੇ ਦੇ ਵਿੱਚੋਂ ਛੁੱਟੀ ਮੰਗ ਲਈ ਅਤੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਚਾਹਿਆ ਅਤੇ ਮੇਰੇ ਕੋਲੋਂ ਆਪਣੇ ਦਰ ਦੀ ਸੇਵਾ ਫਿਰ ਲੈ ਲਈ। ਗਿਆਨੀ ਜੀ, ਫਿਰ ਇਹ ਸਬੱਬ ਕਿੱਦਾਂ ਬਣਿਆ ਕਿ ਤੁਸੀਂ ਆਪਣਾ ਜੱਥਾ ਬਣਾਓਗੇ? ਗਿਆਨੀ ਜੀ ਦੇ ਜਥੇ ਵਿੱਚੋਂ ਅਲੱਗ ਹੋ ਕੇ, ਪਿਆਰ ਨਾਲ ਹੀ ਅਲੱਗ ਹੋਏ ਹਾਂ ਜੀ, ਅਲੱਗ ਹੋ ਕੇ ਮੈਂ ਕੁਝ ਕੁ ਸਮਾਂ ਘਰ ਬੈਠਾ ਰਿਹਾ, ਕਿਉਂਕਿ ਮੈਂ ਕੀਰਤਨ ਕਰ ਸਕਦਾ ਪਰ ਉਹਦੇ ਵਾਸਤੇ ਵੀ ਗਲੇ ਦੀ ਲੋੜ ਹੈ। ਮੈਂ ਬੈਠ ਕੇ ਕਥਾ ਵੀ ਕਰ ਸਕਦਾ, ਉਹਦੇ ਵਾਸਤੇ ਵੀ ਗਲੇ ਦੀ ਲੋੜ ਹੈ। ਪ੍ਰਚਾਰਕ ਬਣਨ ਲਈ ਵੀ ਤਾਂ ਗਲਾ, ਆਵਾਜ਼ ਦੀ ਸ਼ੁੱਧਤਾ ਚਾਹੀਦੀ ਸੀ। ਗਲਾ ਠੀਕ ਨਹੀਂ ਸੀ ਹੋ ਰਿਹਾ। ਮੈਂ ਆਪਣੇ ਮਨ ਵਿੱਚ ਫੈਸਲਾ ਕੀਤਾ ਵੀ ਮੈਂ ਇਸ ਖੇਤਰ ਨੂੰ ਛੱਡ ਦਿਆਂਗਾ, ਕੋਈ ਦੁਕਾਨਦਾਰੀ ਕਰ ਲਵਾਂਗਾ, ਕੋਈ 2-4 ਗੱਡੀਆਂ ਕਾਰਾਂ ਲੈ ਕੇ ਸਟੈਂਡ 'ਤੇ ਪਾ ਦਿਆਂਗਾ, ਕਿਉਂਕਿ ਬੱਚੇ ਤੇ ਪਾਲਣੇ ਨੇ, ਰੋਜ਼ੀ ਰੋਟੀ ਦਾ ਸਾਧਨ। ਮੈਂ ਮਨ ਹੀ ਮਨ ਫੈਸਲਾ ਲੈ ਲਿਆ ਸੀ ਕਿ ਮੈਂ ਇਸ ਖੇਤਰ ਨੂੰ ਛੱਡਾਂਗਾ। ਕਾਰਨ ਜੀ ਨਹੀਂ ਸੀ ਕਰਦਾ, ਪਰ ਗਲੇ ਦੀ ਖਰਾਬੀ ਕਾਰਨ। ਇੱਕ 2 ਸ਼ਖਸੀਅਤਾਂ ਦਾ ਮੈਂ ਜ਼ਿਕਰ ਕਰਦਾ। ਇੱਕ ਮਹਾਂਪੁਰਸ਼ ਨੇ ਗੜ੍ਹਦੀਵਾਲ ਦੇ ਹੁਸ਼ਿਆਰਪੁਰ ਦੇ ਨੇੜੇ, ਬਾਬਾ ਹਰਚਰਨ ਸਿੰਘ ਜੀ। ਕੋਈ ਪਲੈਨਿੰਗ ਨਹੀਂ ਸੀ, ਮੇਰੇ ਘਰ ਆ ਕੇ ਚੱਲ ਕੇ ਹਾਲ ਚਾਲ ਪੁੱਛਿਆ। ਮੇਰਾ ਮਕਾਨ ਬਣ ਰਿਹਾ ਸੀ, ਉੱਥੇ ਆ ਕੇ ਅਸੀਂ ਦੋਨੋਂ ਹੀ ਸਾਂ, ਹਾਲ ਚਾਲ ਪੁੱਛਿਆ। ਮੇਰੇ ਇਸ ਤਰ੍ਹਾਂ ਗਲੇ ਨੂੰ ਹੱਥ ਲਾ ਕੇ, ਬੋਲਦੇ ਨਹੀਂ ਉਹ ਮਹਾਂਪੁਰਸ਼, ਸ਼ਾਇਦ ਤੁਸੀਂ ਦਰਸ਼ਨ ਕੀਤੇ ਹੋਣ, ਇਸ ਤਰ੍ਹਾਂ ਉਹਨਾਂ ਨੇ ਇਸ਼ਾਰਾ ਕੀਤਾ ਵੀ ਇਹਦਾ ਕੀ ਹਾਲ ਹੈ। ਮੈਂ ਨਾ ਵਿੱਚ ਸਿਰ ਹਿਲਾਤਾ। ਉਹਨਾਂ ਨੇ ਇਸ਼ਾਰਿਆਂ ਨਾਲ ਹੀ ਮੇਰੇ ਕੋਲੋਂ ਪੁੱਛਿਆ ਵੀ ਹੁਣ ਕੀ ਕਰੇਂਗਾ। ਮੈਂ ਦੱਸਦਾ ਵੀ ਮੈਂ ਜਾਂ ਕੋਈ ਦੁਕਾਨ ਕਰੂੰ ਜਾਂ ਫਿਰ ਮੈਂ ਸਟੈਂਡ 'ਤੇ ਗੱਡੀਆਂ ਪਾਉਂ। ਉਹਨਾਂ ਮਹਾਂਪੁਰਸ਼ਾਂ ਨੇ, ਬੋਲਦੇ ਨਹੀਂ ਇਸ ਕਰਕੇ ਉਹਨਾਂ ਨੇ ਆਪਣੇ ਹੱਥ ਦੀ ਕਾਟੀ ਮਾਰ ਦਿੱਤੀ ਬਈ ਨਹੀਂ, ਇਹ ਨਹੀਂ ਕਰਨਾ। ਮੈਂ ਪੁੱਛਿਆ ਵੀ ਬਾਬਾ ਜੀ ਫਿਰ ਕੀ ਕਰਾਂਗਾ। ਉਹਨਾਂ ਨੇ ਇਸ ਤਰ੍ਹਾਂ ਮੁੱਠੀ ਬਣਾ ਲਈ, ਮਾਈਕ ਬਣਾ ਲਿਆ ਅਤੇ ਇਉਂ ਕਰਨ ਲੱਗ ਗਏ ਵੀ ਲੈਕਚਰ ਕਰ। ਆਪਣੀ ਇਸ ਤਰ੍ਹਾਂ ਦਾੜ੍ਹੀ ਨੂੰ ਹੱਥ ਲਾ ਕੇ ਐਂ ਕਰ ਲਿਆ, ਲੰਮੀ ਦਾੜ੍ਹੀ ਵਾਲਾ, ਜਿਵੇਂ ਭੁਮੱਦੀ ਕਰਦਾ ਕਹਿੰਦੇ।
ਮੈਂ ਫਿਰ ਆ ਇਸ਼ਾਰਾ ਕਰਤਾ, ਮੈਂ ਕਿਹਾ ਬਾਬਾ ਜੀ ਆਵਾਜ਼ ਨਹੀਂ। ਉਹ ਮਹਾਂਪੁਰਸ਼ ਬੈਠੇ ਸਨ, ਉੱਠ ਕੇ ਪਿਛਲੇ ਪਾਸਿਓਂ ਆ ਕੇ ਉਹਨਾਂ ਨੇ ਮੇਰੇ ਆਹ ਸਿਰ 'ਤੇ ਇਸ ਤਰ੍ਹਾਂ 3 ਵਾਰ ਉਹਨਾਂ ਨੇ ਧੱਫਾ ਮਾਰਿਆ। ਫਿਰ ਅੱਗੇ ਆ ਕੇ ਉਹਨਾਂ ਨੇ ਇੱਕ ਹੱਥ ਦੀਆਂ 5 ਉਂਗਲਾਂ ਤੇ ਇੱਕ ਇਸ ਤਰ੍ਹਾਂ। ਹੁਣ ਗੂੰਗਾ ਕੀ ਜਾਣੇ, ਮੈਂ ਉਹਨਾਂ ਦੀ ਰਮਜ਼ ਨੂੰ ਸਮਝ ਨਾ ਸਕਿਆ। ਉਹਨਾਂ ਦੇ ਨਾਲ ਇੱਕ ਸਿੰਘ ਆਇਆ। ਜਦੋਂ ਮੈਂ ਉਹਨਾਂ ਵੱਲ ਝਾਕਿਆ, ਉਹ ਸਿੰਘ ਵੱਲ, ਉਹ ਕਹਿੰਦੇ ਵੀ ਬਾਬਾ ਜੀ ਇਸ਼ਾਰਾ ਕਰਦੇ ਨੇ ਵੀ 6ਵੇਂ ਪਾਤਸ਼ਾਹ ਦਾ ਤੁਹਾਡੇ ਸਿਰ 'ਤੇ ਹੱਥ ਹੈ। ਇੱਕਦਮ ਜਿੰਨੀਆਂ ਮੈਂ ਪਲੈਨਿੰਗਾਂ ਬਣਾਉਂਦਿਆ ਸੀ, ਸੱਚੀ ਮੈਂ ਸਾਰੀਆਂ 'ਤੇ ਕਾਠੀ ਮਾਰਦੀ ਵੀ ਮੈਂ ਢਾਡੀ ਹੀ ਬਣਾਂਗਾ। ਦੂਜੀ ਮੈਂ ਸ਼ਖਸੀਅਤ ਦਾ ਜ਼ਿਕਰ ਕਰਦਾ, ਇੰਗਲੈਂਡ ਰਹਿੰਦੇ ਨੇ। ਹੁਣ ਤੁਸੀਂ ਜ਼ਿਕਰ ਸੁਣਦੇ ਹੋ ਭਾਈ ਜਤਿੰਦਰ ਸਿੰਘ ਸ਼ੇਰਗਿੱਲ ਸਰੰਗੀ ਮਾਸਟਰ, ਇਹਦੇ ਪਿਤਾ ਜੀ ਬਹੁਤ ਭਜਨੀਕ ਇਨਸਾਨ ਆ ਜੀ। ਮੇਰੇ ਕੋਲੋਂ ਜੇ ਕੋਈ ਪੁੱਛੇ, ਮੈਂ ਉਹਨਾਂ ਨੂੰ ਸਾਧੂਆਂ ਦਾ ਦਰਜਾ ਦਿੰਦਾ। ਉਹਨਾਂ ਦਾ ਫੋਨ ਆਇਆ ਮੈਨੂੰ ਹਾਲ ਚਾਲ ਪੁੱਛਣ ਵਾਸਤੇ, ਕੀ ਹਾਲ? ਮੈਂ ਦੱਸਤਾ, ਮੈਂ ਕਿਹਾ ਜੀ ਗਲਾ ਠੀਕ ਨਹੀਂ। ਅਤੇ ਉਹਨਾਂ ਨੇ ਮੈਨੂੰ ਉਹੀ ਮਹਾਂਪੁਰਸ਼ਾਂ ਵਾਲਾ ਸਵਾਲ ਵੀ ਹੁਣ ਕੀ ਕਰਨਾ? ਮੈਂ ਕਿਹਾ ਜੀ ਮੈਂ ਖੇਤਰ ਛੱਡ ਦੇਣਾ, ਮੇਰੇ ਕੋਲ ਹੋਣਾ ਨਹੀਂ, ਬੋਲਿਆ ਨਹੀਂ ਜਾਣਾ। ਉਹਨਾਂ ਨੇ ਇੱਕਦਮ ਮੇਰੀ ਗੱਲ ਟੋਕ ਕੇ ਕਹਿੰਦੇ ਵੀ ਅੱਜ ਤੋਂ ਬਾਅਦ ਆਹ ਸ਼ਬਦ ਤੇਰੀ ਜ਼ਬਾਨੋਂ ਨਹੀਂ ਨਿਕਲਣਾ ਚਾਹੀਦਾ, ਵੀ ਮੈਂ ਇਹ ਖੇਤਰ ਛੱਡ ਦੇਣਾ। ਵੀ ਜਦੋਂ ਵੀ ਅਰਦਾਸ ਕਰੋ, ਕਿਉਂਕਿ ਨਿਤਨੇਮ ਕਰਦੇ ਹਾਂ ਦੋਨੋਂ ਟਾਈਮ, ਅਰਦਾਸ ਤੇ ਸਿੰਘ ਕਰਦਾ ਹੀ ਹੈ ਨਾ, ਵੀ ਤੁਸੀਂ ਆਹ ਸ਼ਬਦ ਆਪਣੀ ਅਰਦਾਸ ਵਿੱਚ ਸ਼ਾਮਲ ਕਰ ਲਓ ਵੀ ਸੱਚੇ ਪਾਤਸ਼ਾਹ ਮੇਰੇ ਜੀਵਨ ਦੇ ਆਖਰੀ ਸਵਾਸ ਤੱਕ ਆਪਣਾ ਜਸ ਕਰਵਾਉਂਦਾ ਰਹੀ। ਸੱਚੀ ਜੀ ਉਹਨਾਂ ਦੀ ਗੱਲ ਨੇ ਇੱਕਦਮ ਮੇਰਾ ਮਨ ਬਦਲਤਾ। ਮੈਂ ਉਸੇ ਦਿਨ ਸ਼ਾਮ ਨੂੰ ਰਹਿਰਾਸ ਸਾਹਿਬ ਦੀ ਬਾਣੀ ਪੜ੍ਹੀ, ਅਰਦਾਸ ਕੀਤੀ। ਕੁਝ ਉਹ ਅਰਦਾਸ ਦਾ, ਕੁਝ ਉਹ ਬਾਣੀ ਪੜ੍ਹਨ ਵਾਲੇ ਸਿੰਘ ਦੇ ਬਚਨ, ਕੁਝ ਮਹਾਂਪੁਰਸ਼ਾਂ ਦੀ ਅਸੀਸ। ਬਸ ਕੁਝ ਕੁ ਦਿਨ ਬੀਤੇ ਸਨ, ਮੈਨੂੰ ਸੋਢੀ ਵਾਲੇ ਤੋਂ ਫੋਨ ਆ ਗਿਆ। ਸ਼ਾਇਦ ਜਾਚਕ ਸਾਹਿਬ ਤੁਸੀਂ ਵੀ ਉਸ ਕਾਰਜ ਵਿੱਚ ਸ਼ਾਮਲ ਸੀ। ਉੱਥੇ ਸੀਤਲ ਸਾਹਿਬ ਦਾ 100 ਸਾਲਾ ਜਨਮ ਦਿਨ ਮਨਾਇਆ ਜਾ ਰਿਹਾ ਸੀ। ਫਿਰ ਤੁਹਾਡੇ ਨਾਲ ਗੱਲ ਕਰਦਿਆਂ ਤਾਂ ਕੋਈ ਲੁਕੀ ਛਿਪੀ ਗੱਲ ਨਹੀਂ, ਤੁਸੀਂ ਸੀਤਲ ਸਾਹਿਬ ਦੇ ਨਾਂ 'ਤੇ ਮੈਨੂੰ ਐਵਾਰਡ ਦਿੱਤਾ। ਉਹ ਮੇਰੀ ਜ਼ਿੰਦਗੀ ਦਾ ਭਮੱਦੀ ਸਾਹਿਬ ਤੋਂ ਬਾਅਦ ਢਾਡੀ ਬਣ ਕੇ ਪਹਿਲਾ ਪ੍ਰੋਗਰਾਮ ਸੀ। ਅਤੇ ਤੁਹਾਡਾ ਮੀਡੀਆ ਸੱਦਿਆ ਸੀ ਉੱਥੇ। ਦੂਜੇ ਦਿਨ ਦੇ ਅਖਬਾਰਾਂ 'ਚ, ਵੱਡੇ ਅਖਬਾਰਾਂ 'ਚ ਤੇ ਵੱਡ ਆਕਾਰੀ ਫੋਟੋਆਂ ਲੱਗ ਕੇ ਮੇਰੇ ਜਥੇ ਦਾ ਜ਼ਿਕਰ ਕੀਤਾ ਗਿਆ। ਅਤੇ ਢਾਡੀ ਸਿੰਘਾਂ ਦੇ ਨਾਲ ਮੇਰਾ ਬੜਾ ਪਿਆਰ ਹੈ। ਸਾਰੇ ਢਾਡੀ ਸਿੰਘਾਂ ਦੇ ਮੈਨੂੰ ਫੋਨ ਆਏ, ਜਥਾ ਬਣ ਗਿਆ, ਮੁਬਾਰਕਾਂ ਦਿੱਤੀਆਂ। ਮੈਂ ਕਿਹਾ ਵੀ ਮੈਂ ਇਹ ਗੱਲ ਕਹਿਣੋਂ ਕਦੇ ਸ਼ਰਮਾਉਂਦਾ ਨਹੀਂ, ਮੈਂ ਸਾਰਿਆਂ ਨੂੰ ਇਹ ਗੱਲ ਆਖੀ ਵੀ ਜਥਾ ਤੇ ਬਣ ਗਿਆ, ਹੁਣ ਤੁਸੀਂ ਮੈਨੂੰ ਸਹਿਯੋਗ ਦੇਣਾ। ਸਾਰਿਆਂ ਨੇ ਸਹਿਯੋਗ ਦਿੱਤਾ ਵੀ। ਉਸ ਦਿਨ ਤੋਂ ਬਾਅਦ ਗੱਲ ਚਲਦੀ ਅੱਜ ਤੱਕ ਪਹੁੰਚ ਗਈ ਹੈ। ਇਹ ਗੁਰੂ ਦੀ, ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਰਹਿਮਤ ਹੈ। ਗਿਆਨੀ ਜੀ, ਉਸ ਤੋਂ ਬਾਅਦ ਤੁਸੀਂ ਆਪਣੇ ਜਥੇ ਦੇ ਨਾਲ ਵੀ ਵਿਦੇਸ਼ ਦੇ ਟੂਰ ਲਾਏ ਅਤੇ ਤੁਹਾਡੇ ਜਥੇ ਵਿੱਚ ਅਜੋਕੇ ਦੌਰ ਵਿੱਚ ਹੁਣ ਤੁਹਾਡੇ ਨਾਲ ਕਿਹੜੇ ਸਾਥੀ ਸੇਵਾਵਾਂ ਨਿਭਾ ਰਹੇ ਨੇ? ਮੇਰੇ ਜਥੇ ਵਿੱਚ ਭਾਈ ਸ਼ਮਸ਼ੇਰ ਸਿੰਘ ਖੰਡੂਰ, ਬਹੁਤ ਆਗਿਆਕਾਰ ਨੌਜਵਾਨ ਅਤੇ ਪੁਖਤਾ, ਪ੍ਰਪੱਕ ਅਤੇ ਬੁਲੰਦ ਆਵਾਜ਼, ਬਹੁਤ ਕਮਾਲ ਦਾ ਢਾਡੀ ਹੈ। ਦੂਜਾ ਢਾਡੀ ਸਾਥੀ ਭਾਈ ਕੁਲਦੀਪ ਸਿੰਘ ਨਿੱਜਰਾ ਪਿੰਡ ਹੈ ਜਲੰਧਰ ਦੇ ਨੇੜੇ, ਬਹੁਤ ਵਧੀਆ ਇਨਸਾਨ ਹੈ। ਸਰੰਗੀ ਮਾਸਟਰ ਮੱਖਣਦੀਪ ਸਿੰਘ ਤਿਹਾੜਾ। ਮੱਖਣਦੀਪ ਦੀ ਇੱਕ ਖਾਸੀਅਤ ਹੈ, ਜਿੱਥੇ ਸਾਜ਼ ਬਹੁਤ ਕਮਾਲ ਦਾ ਵਜਾਉਂਦਾ, ਉੱਥੇ ਹਿੱਕ ਡਾਹ ਕੇ ਗਾਉਂਦਾ ਵੀ ਹੈ। ਅਤੇ ਅੱਜ ਇਹ ਤਿੰਨੋਂ ਸਾਥੀ ਜਿਨ੍ਹਾਂ ਦੇ ਸਿਰ 'ਤੇ ਮੈਂ ਉਡਾਰੀਆਂ ਮਾਰ ਰਿਹਾ, ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼। ਗਿਆਨੀ ਜੀ, ਅਸੀਂ ਸੰਗਤ ਨੂੰ ਤੁਹਾਡੇ ਜਥੇ ਦੀ ਗਾਈ ਹੋਈ ਕੋਈ ਵੰਨਗੀ ਸੁਣਾਉਣੀ ਚਾਹਾਂਗੇ। ਤੁਸੀਂ ਦੱਸੋ ਕੀ ਸੁਣਾਓਗੇ? ਪਿਛਲੇ ਸਮੇਂ ਜੋ ਕਿਸਾਨੀ ਸੰਘਰਸ਼ ਚੱਲ ਰਿਹਾ, ਇਹਦੇ ਵਿੱਚ ਮੈਂ ਆਪਣਾ ਜਥਾ ਲੈ ਕੇ ਸ਼ੰਭੂ ਮੋਰਚੇ 'ਚ ਗਿਆ ਉਹਨਾਂ ਦਿਨਾਂ 'ਚ ਜਦੋਂ ਸ਼ੰਭੂ ਮੋਰਚੇ ਦੇ ਆਖਰੀ ਦਿਨ ਸਨ। ਮੋਰਚਾ ਚੱਕਣ ਤੋਂ ਭਾਵ ਇੱਥੋਂ ਦਿੱਲੀ ਵੱਲ ਨੂੰ ਕੂਚ ਕਰਨ ਤੋਂ ਸ਼ਾਇਦ 1 ਜਾਂ 2 ਦਿਨ ਪਹਿਲਾਂ ਮੈਂ ਉੱਥੇ ਵੀ ਜੋ ਬੋਲਿਆ, ਅੱਜ ਦੀ ਮੌਜੂਦਾ ਦਿੱਲੀ ਦੀ ਸਰਕਾਰ ਨੂੰ ਮੁਖਾਤਬ ਹੋ ਕੇ ਬੋਲਿਆ ਵੀ ਮਤ ਸੋਚਿਓ ਜਿਹੜਾ ਆਨੰਦ ਤੁਸੀਂ ਦਿੱਲੀ ਬੈਠੇ ਮਾਣਦੇ ਹੋ, ਜਾਂ ਜਿਹੜੇ ਦਿੱਲੀ ਦੇ ਮਹਿਲ ਮੁਨਾਰੇ ਨੇ ਤੁਹਾਡੇ, ਇਹ ਤੁਹਾਡੇ ਕਰਕੇ ਨਹੀਂ। ਇਹਨਾਂ ਨੂੰ ਬਰਕਰਾਰ ਰੱਖਣ ਵਾਸਤੇ ਵੀ ਖਾਲਸੇ ਦਾ ਬਹੁਤ ਵੱਡਾ ਯੋਗਦਾਨ ਹੈ, ਇਹਨੂੰ ਕਿਤੇ ਭੁਲਾ ਨਾ ਦਿਓ।
ਤੇ ਦਿੱਲੀ ਦੇ ਨਾਲ ਇੱਕ ਗੱਲ ਕੀਤੀ ਸੀ ਉਸ ਦਿਨ, ਤੇ ਉਹ ਆਪਾਂ ਆਪਣੇ ਜਥੇ ਪਾਸੋਂ ਸੰਗਤਾਂ ਨੂੰ ਸਰਵਣ ਕਰਵਾਓ। ਆਓ ਜੀ, ਗਿਆਨੀ ਸੁਖ ਨਿਰੰਜਨ ਸਿੰਘ ਸੁਮਣ ਦੇ ਪੰਥਕ ਇੰਟਰਨੈਸ਼ਨਲ ਢਾਡੀ ਜਥੇ ਪਾਸੋਂ ਇੱਕ ਵੰਨਗੀ ਸਰਵਣ ਕਰੀਏ। ਨੀ ਹੱਡੀਆਂ ਦੇ ਪਿੰਜਰਿਆਂ ਤੇ ਉਸਰੇ ਦਿੱਲੀਏ ਮਹਿਲ ਤੇਰੇ ਢਹਿਣਗੇ, ਸਿੱਖਾਂ ਦੀ ਇਹ ਵੈਰ ਨੇ ਹਕੂਮਤ ਇੱਕ ਦਿਨ ਲੇਖੇ ਗਿਆਨੀ ਜੀ, ਤੁਸੀਂ ਆਪਣਾ ਬੜਾ ਕੀਮਤੀ ਸਮਾਂ ਸਾਨੂੰ ਦਿੱਤਾ ਹੈ। ਸਾਡੇ ਦਰਸ਼ਕਾਂ ਨੂੰ ਬਹੁਤ ਸਾਰੀਆਂ ਆਪਣੇ ਜੀਵਨ ਬਾਰੇ ਅਤੇ ਢਾਡੀ ਕਲਾ ਬਾਰੇ ਗੱਲਾਂ ਦੱਸੀਆਂ ਨੇ। ਤੁਹਾਡਾ ਮੈਂ ਆਪਣੀ ਸਮੁੱਚੀ ਟੀਮ ਵੱਲੋਂ, ਪੰਜਾਬੀ ਵਿਰਾਸਤ USA ਵੱਲੋਂ ਬਹੁਤ ਬਹੁਤ ਧੰਨਵਾਦੀ ਹਾਂ। ਤੁਸੀਂ ਸਾਨੂੰ ਸਮਾਂ ਦੇ ਕੇ ਨਿਵਾਜਿਆ। ਤੁਹਾਡੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਹਾਂ। ਮੈਂ ਵੀ ਆਪਣੇ ਵੱਲੋਂ ਪੰਜਾਬੀ ਵਿਰਾਸਤ ਦੀ ਚੜ੍ਹਦੀ ਕਲਾ ਲਈ, ਉਹਦੇ ਜਿੰਨੇ ਵੀ ਸੇਵਾਦਾਰ ਨੇ ਸਾਰਿਆਂ ਦੀ ਚੜ੍ਹਦੀ ਕਲਾ ਲਈ, ਜਾਚਕ ਜੀ ਤੁਹਾਡੀ ਚੜ੍ਹਦੀ ਕਲਾ ਲਈ ਗੁਰੂ ਕੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਕਰਦਾ। ਗੁਰੂ ਕਿਰਪਾ ਕਰੇ। ਜਲਦ ਮਿਲਣ ਦਾ ਵਾਅਦਾ ਕਰਕੇ ਤੁਹਾਡੇ ਤੋਂ ਖਿਮਾ ਮੰਗਦੇ ਹਾਂ। ਇਹ ਸਨ ਗਿਆਨੀ ਸੁਖ ਨਿਰੰਜਨ ਸਿੰਘ ਸੁਮਣ। ਬੜੀ ਜਲਦ ਕਿਸੇ ਹੋਰ ਢਾਡੀ ਸਿੰਘ ਨੂੰ ਤੁਹਾਡੇ ਨਾਲ ਮਿਲਾਉਣ ਲਈ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।